ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਆਨੰਦ ਕਾਰਜ ਦੇ ਸੰਬੰਧ ਵਿੱਚ ਵਿਚਾਰ ਕਰ ਰਹੇ ਹਾਂ। ਵਿਚਾਰ ਕਰਦੇ ਕਰਦੇ ਆਪਾਂ ਲਾਵਾਂ ਦੇ ਪਾਠ ਤੱਕ ਪਹੁੰਚੇ ਹਾਂ, ਜੋ ਸੋਹੀ ਰਾਗ ਦੇ ਅੰਦਰ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਿਆ ਹੋਇਆ ਇੱਕ ਛੰਤ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 773 ਅਤੇ 774 ਤੇ ਦਰਜ ਹੈ। ਇਸ ਛੰਤ ਦੇ 4 ਬੰਦ ਹਨ। ਪਹਿਲਾ ਬੰਦ ਆਪਾਂ ਸਮਝ ਰਹੇ ਸਾਂ ਤੇ ਇਸ ਜਗ੍ਹਾ ਤੇ ਪਹੁੰਚੇ ਸਾਂ। ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸੋ ਆਪਾਂ ਇਹ ਗੱਲ ਸਮਝ ਲਈ ਸੀ ਕਿ ਇਹ ਜੋ ਪਾਠ ਹੈ ਇਹ ਸਾਨੂੰ ਅਧਿਆਤਮਿਕਤਾ ਦੇ ਰਸਤੇ ਤੇ ਚੱਲਦਿਆਂ ਜੋ ਮਨੁੱਖ ਦੀਆਂ ਆਤਮਿਕ 4 ਅਵਸਥਾਵਾਂ ਬਣਦੀਆਂ ਨੇ ਉਹਨਾਂ ਬਾਰੇ ਇਸ ਬਾਣੀ ਵਿੱਚ ਬਾਖੂਬੀ ਸਾਨੂੰ ਰਸਤਾ ਵਿਖਾਇਆ ਗਿਆ ਤੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਾਡੀਆਂ ਅਵਸਥਾਵਾਂ ਤਬਦੀਲ ਹੁੰਦੀਆਂ ਨੇ ਤੇ ਅਖੀਰ ਨੂੰ ਅਸੀਂ ਅਬਿਨਾਸ਼ੀ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਾਂ। ਸ਼ੁਰੂਆਤ ਕੀਤੀ ਸੀ ਸਤਿਗੁਰੂ ਜੀ ਨੇ ਕਿ ਅਸੀਂ ਕਰਮਾਂ ਵਿੱਚ ਪ੍ਰਵਿਰਤ ਹੋਣਾ ਹੈ, ਕਰਮਾਂ ਨੂੰ ਛੱਡ ਕੇ ਦੌੜਨਾ ਨਹੀਂ। ਤੇ ਕਰਮ ਦੱਸਦਿਆਂ ਗੁਰੂ ਜੀ ਨੇ ਆਖਿਆ ਸੀ ਕਿ ਸਭ ਤੋਂ ਚੰਗਾ ਕਰਮ ਹੈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ। ਸਿਮਰਨ ਕਰਨ ਦੇ ਆਖਰ ਵਿੱਚ ਲੱਗਣਾ, ਇੱਥੋਂ ਲਾਵਾਂ ਦਾ ਪਾਠ ਪ੍ਰਾਰੰਭ ਹੁੰਦਾ ਹੈ ਤੇ ਇਸ ਤਰ੍ਹਾਂ ਆਖੀਏ ਅਧਿਆਤਮਿਕਤਾ ਦੀ ਸ਼ੁਰੂਆਤ ਹੁੰਦੀ ਹੈ। ਫਿਰ ਅਸੀਂ ਬਾਣੀ ਦੀ ਰਾਹੀਂ ਧਰਮ ਨੂੰ ਦ੍ਰਿੜ ਕਰਨਾ ਹੈ ਤੇ ਮਾੜੇ ਕੰਮਾਂ ਦਾ ਤਿਆਗ ਕਰਨਾ ਹੈ। ਧਰਮ ਨੂੰ ਦ੍ਰਿੜ ਕਰਨਾ ਕੀ ਸਤਿਗੁਰਾਂ ਦੱਸਿਆ, ਨਾਮ ਤਿਆਗੋ। ਨਾਮ ਜਪਣਾ ਹੀ ਮਨੁੱਖ ਦਾ ਪਰਮ ਪਵਿੱਤਰ ਧਰਮ ਜਾਂ ਫਰਜ਼ ਹੈ, ਕਿਉਂਕਿ ਸਾਡਾ ਸੰਸਾਰ ਵਿੱਚ ਜੋ ਜਨਮ ਹੋਇਆ ਹੈ ਇੱਕ ਮਨੁੱਖ ਦੇ ਰੂਪ ਵਿੱਚ, ਇਹ ਪਰਮੇਸ਼ਵਰ ਦੇ ਵਿੱਚ ਮਿਲਣ ਦੀ ਸਾਨੂੰ ਵਾਰੀ ਮਿਲੀ ਹੈ, ਮੌਕਾ ਮਿਲਿਆ ਹੈ ਤੇ ਉਹਦੇ ਨਾਲ ਮਿਲਿਆ ਜਾ ਸਕਦਾ ਹੈ ਨਾਮ ਜਪ ਕੇ। ਫਿਰ ਅੱਗੇ ਸਤਿਗੁਰਾਂ ਦੱਸਿਆ ਸੀ ਕਿ ਪੂਰੇ ਗੁਰੂ ਨੂੰ ਆਰਾਧਨਾ ਚਾਹੀਦਾ ਹੈ, ਜਿਸ ਦਾ ਮਤਲਬ ਹੈ ਕਿ ਪੂਰੇ ਗੁਰੂ ਦੀ ਸਿੱਖਿਆ ਤੇ ਚੱਲਣਾ ਚਾਹੀਦਾ ਹੈ। ਤੇ ਗੁਰੂ ਦੀ ਸਿੱਖਿਆ ਹੈ ਪਰਮਾਤਮਾ ਦਾ ਨਾਮ ਜਪੋ, ਸ਼ੁਭ ਕਰਮ ਕਰੋ, ਧਰਮ ਦੀ ਕਿਰਤ ਕਰੋ, ਕਿਸੇ ਦਾ ਬੁਰਾ ਨਾ ਕਰੋ, ਮਾੜਾ ਨਾ ਕਰੋ। ਇਹ ਹੈ ਗੁਰੂ ਦਾ ਆਰਾਧਨ। ਗੁਰੂ ਨੂੰ ਆਰਾਧਦਿਆਂ ਸਾਡੇ ਜੀਵਨ ਵਿੱਚ ਜੋ ਪਾਪ ਕਰਮ ਹੁੰਦੇ ਨੇ, ਜੋ ਅਸੀਂ ਮਾੜੇ ਕਰਮ ਜਾਣੇ ਜਾਂ ਅਣਜਾਣੇ ਕੀਤੇ ਹੁੰਦੇ ਨੇ, ਉਹ ਸਾਰੇ ਖਤਮ ਹੋ ਜਾਂਦੇ ਨੇ। ਕਿਲ ਵਿਖ ਪਾਪ ਗਵਾਇਆ। ਅਸੀਂ ਗੱਲ ਇੱਥੋਂ ਸ਼ੁਰੂ ਕਰਨੀ ਹੈ, ਕਿਲ ਵਿਖ ਕੀ ਹੁੰਦਾ ਹੈ, ਪਾਪ ਕਿੰਨੀ ਪ੍ਰਕਾਰ ਦੇ ਹੁੰਦੇ ਨੇ। ਸੋ ਵੱਖ-ਵੱਖ ਧਰਮਾਂ ਦੇ ਧਾਰਨੀ ਲੋਕਾਂ ਨੇ ਵੱਖ-ਵੱਖ ਕਿਸਮ ਦੇ ਪਾਪ ਮੰਨੇ ਨੇ
ਪਰ ਸਿੱਖੀ ਇਹ ਗੱਲ ਮੰਨਦੀ ਹੈ, ਪਾਪ ਕਰਮ ਉਹ ਹੁੰਦੇ ਨੇ ਜਿਨ੍ਹਾਂ ਕਰਮਾਂ ਦੀ ਰਾਹੀਂ ਕਿਸੇ ਦਾ ਦਿਲ ਦੁਖਾਇਆ ਜਾਏ, ਜਿਨ੍ਹਾਂ ਕਰਮਾਂ ਦੀ ਰਾਹੀਂ ਕਿਸੇ ਦਾ ਨੁਕਸਾਨ ਕੀਤਾ ਜਾ ਸਕੇ। ਔਰ ਇਹ 3 ਤਰ੍ਹਾਂ ਦੇ ਮੁੱਖ ਰੂਪ ਵਿੱਚ ਕਰਮ ਹੁੰਦੇ ਨੇ। ਇੱਕ ਅਸੀਂ ਮਨ ਕਰਕੇ ਕਰਦੇ ਹਾਂ, ਕਿਸੇ ਲਈ ਬੁਰਾ ਚਿਤਵਦੇ ਹਾਂ। ਦੂਸਰਾ ਬਚਨਾਂ ਦੀ ਰਾਹੀਂ ਕਿਸੇ ਨੂੰ ਮਾੜੇ ਬੋਲ ਬੋਲ ਕੇ ਅਸੀਂ ਉਸ ਦਾ ਦਿਲ ਦਿਖਾਉਂਦੇ ਹਾਂ, ਉਸ ਦਾ ਨਿਰਾਦਰ ਕਰਦੇ ਹਾਂ। ਤੇ ਤੀਸਰਾ ਹੁੰਦਾ ਹੈ ਕਰਮਾਂ ਦੀ ਰਾਹੀਂ, ਕੁਝ ਕਰਕੇ ਅਸੀਂ ਕਿਸੇ ਦਾ ਨੁਕਸਾਨ ਕਰ ਦਿੰਦੇ ਹਾਂ। ਸੋ ਸਿੱਖੀ ਇਹ ਗੱਲ ਸਾਨੂੰ ਸਮਝਾਉਂਦੀ ਹੈ ਕਿ ਸਾਡੇ ਸਮਾਜ ਦੇ ਅੰਦਰ ਸਾਡੇ ਬਜ਼ੁਰਗਾਂ ਨੇ, ਮਹਾਂਪੁਰਸ਼ਾਂ ਨੇ ਕੁਝ ਚੀਜ਼ਾਂ ਵਰਜਿਤ ਕੀਤੀਆਂ ਹੋਈਆਂ ਨੇ ਕਿ ਤੁਸੀਂ ਆਹ ਕਰਮ ਨਹੀਂ ਕਰਨੇ, ਜੇ ਕਰੋਗੇ ਤੇ ਤੁਸੀਂ ਸਜ਼ਾ ਦੇ ਹੱਕਦਾਰ ਹੋਵੋਗੇ। ਉਹ ਕਰਮ ਅਸੀਂ ਸਾਰੇ ਹੀ ਜਾਣਦੇ ਹਾਂ ਤੇ ਸਾਨੂੰ ਉਹ ਤਿਆਗ ਦੇਣੇ ਚਾਹੀਦੇ ਨੇ। ਪਰ ਫਿਰ ਵੀ ਅਸੀਂ ਕਿਲ ਵਿਖ ਦੇ ਬਾਰੇ ਤੇ ਗੱਲ ਕਰਾਂਗੇ। ਪੁਰਾਤਨ ਵੈਦਿਕ ਧਰਮ ਦੇ ਅੰਦਰ 4 ਪ੍ਰਕਾਰ ਦੇ ਕਿਲ ਵਿਖ ਯਾਨੀ ਪਾਪ ਮੰਨੇ ਜਾਂਦੇ ਸਨ। ਗੁਰਬਾਣੀ ਵਿੱਚ ਸਤਿਗੁਰਾਂ ਨੇ ਬਚਨ ਲਿਖਿਆ, ਚਾਰੇ ਕਿਲ ਵਿਖ ਉਨ ਅਘ ਕੀਏ ਹੋਆ ਅਸੁਰ ਸੰਘਾਰ। ਚਾਰੇ ਕਿਲ ਵਿਖ 4 ਤਰ੍ਹਾਂ ਦੇ ਪਾਪ। 4 ਤਰ੍ਹਾਂ ਦੇ ਪਾਪ ਕੀ ਨੇ? ਇਹ ਵੀ ਜੋ ਵੈਦਿਕ ਧਰਮ ਵਿੱਚ ਮੰਨਿਆ ਜਾਂਦਾ ਸੀ, ਗੁਰੂ ਜੀ ਨੇ ਉਸ ਗੱਲ ਨੂੰ ਸਾਡੇ ਸਾਹਮਣੇ ਰੱਖਿਆ ਹੈ। ਉਹ ਕਰਮ ਨੇ ਬ੍ਰਾਹਮਣ, ਕੈਲੀ ਘਾਤ, ਕੰਜਕਾਂ, ਅਨਚਾਰੀ ਕਾ ਤਾਨ। ਇਹ 4 ਪਾਪ ਮੰਨੇ ਜਾਂਦੇ ਸਨ ਵੈਦਿਕ ਧਰਮ ਦੇ ਮੁਤਾਬਕ। ਕਿਹੜੇ ਕਿਹੜੇ? ਨੰਬਰ 1, ਬ੍ਰਾਹਮਣ ਦੀ ਹੱਤਿਆ ਕਰਨਾ। ਸਿੱਖੀ ਵਿੱਚ ਕਿਸੇ ਦੀ ਹੱਤਿਆ ਕਰਨਾ ਵੀ ਪਾਪ ਹੈ, ਕੇਵਲ ਬ੍ਰਾਹਮਣ ਦੀ ਨਹੀਂ। ਸਗੋਂ ਕਿਸੇ ਵੀ ਜੀਵ ਜੰਤੂ ਨੂੰ ਮਾਰਨਾ, ਇੱਕ ਮਨੁੱਖ ਨੂੰ ਤੇ ਪਾਸੇ ਰਹਿਣ ਦਿਓ। ਕਿਸੇ ਵੀ ਜੀਵ ਜੰਤੂ ਨੂੰ ਮਾਰਨਾ, ਕਿਸੇ ਜਾਨਦਾਰ ਚੀਜ਼ ਨੂੰ ਇਸ ਢੰਗ ਦੇ ਨਾਲ ਕੋਹਣਾ ਕਿ ਉਹਨੂੰ ਦੁੱਖ ਪਹੁੰਚੇ ਜਾਂ ਕਿਸੇ ਦਾ ਉਹ ਕਰਮ ਕਰਨ ਦੇ ਨਾਲ ਨੁਕਸਾਨ ਹੁੰਦਾ ਹੋਵੇ, ਉਸ ਨੂੰ ਪਾਪ ਮੰਨਿਆ ਜਾਂਦਾ ਹੈ। ਸੋ ਪਹਿਲੀ ਗੱਲ ਉਹਨਾਂ ਨੇ ਆਖਿਆ, ਬ੍ਰਾਹਮਣ ਨੂੰ ਮਾਰਨਾ, ਉਹਦੀ ਹੱਤਿਆ ਕਰਨਾ ਪਾਪ ਹੈ। ਦੂਜੇ ਨੰਬਰ ਤੇ ਆਖਿਆ ਕੈਲੀ ਘਾਤ। ਘਾਤ ਮੈਨੇ ਮਾਰਨਾ, ਕੈਲੀ ਮੈਨੇ ਗਊ, ਕਲਪ ਗਊ ਆਖਦੇ ਸਨ। ਕਿਸੇ ਗਊ ਦਾ ਵਧ ਕਰਨਾ, ਕਿਸੇ ਗਊ ਨੂੰ ਕਤਲ ਕਰਨਾ, ਇਹ ਵੀ ਉਹਨਾਂ ਦੇ ਮਤ ਮੁਤਾਬਕ ਪਾਪ ਸੀ। ਫਿਰ ਕੰਜਕਾਂ। ਕੰਜਕਾਂ ਅਸੀਂ ਛੋਟੀ ਬੱਚੀ ਨੂੰ ਆਖਦੇ ਹਾਂ। ਇੱਕ ਪਰੰਪਰਾ ਵੀ ਰਹੀ ਹੈ ਸਿੱਖ ਸਮਾਜ ਦੀ, ਤਾਂ ਨਹੀਂ ਉਹ ਪਰੰਪਰਾ, ਪਰ ਹਿੰਦੁਸਤਾਨ ਦੀ ਹੈ। ਬਹੁਤ ਸਾਰੇ ਸਿੱਖਾਂ ਨੇ ਵੀ ਪਰੰਪਰਾਵਾਂ ਉਹ ਅਪਣਾਈਆਂ ਨੇ ਜੋ ਉਹਨਾਂ ਦੇ ਆਂਢ ਗੁਆਂਢ ਵਿੱਚ ਹੁੰਦੀਆਂ ਸਨ, ਜਾਣੇ ਜਾਂ ਅਣਜਾਣੇ ਅਪਣਾਈਆਂ ਗਈਆਂ। ਪਰ ਜਦੋਂ ਵੀ ਅਸੀਂ ਕਿਸੇ ਪਰੰਪਰਾ ਨੂੰ ਅਪਣਾਉਂਦੇ ਹਾਂ, ਸਾਨੂੰ ਚਾਹੀਦਾ ਹੈ ਕਿ ਅਸੀਂ ਉਹਦੇ ਵੱਲ ਪੂਰਾ ਧਿਆਨ ਦਈਏ, ਉਹਦਾ ਪਿਛੋਕੜ ਵੇਖੀਏ ਕਿ ਇਹਦਾ ਪਿਛੋਕੜ ਕੀ ਹੈ। ਜੇ ਪਰੰਪਰਾ ਅਪਣਾਉਣ ਲਈ ਸਿੱਖੀ ਸਾਨੂੰ ਇਜਾਜ਼ਤ ਦਿੰਦੀ ਹੈ ਤੇ ਅਪਣਾ ਲੈਣੀ ਚਾਹੀਦੀ ਹੈ। ਕਿਸੇ ਪਾਸਿਓਂ ਵੀ ਸਾਨੂੰ ਸ਼ੁਭ ਗੁਣ ਮਿਲਣ, ਗੁਰਬਾਣੀ ਸ਼ੁਭ ਗੁਣ ਧਾਰਨ ਕਰਨ ਦੀ ਸਾਨੂੰ ਇਜਾਜ਼ਤ ਦਿੰਦੀ ਹੈ। ਪਰ ਜਿਹੜੇ ਕਰਮ ਵਹਿਮਾਂ ਭਰਮਾਂ ਤੇ ਪਖੰਡਾਂ ਦੇ ਹੇਠਾਂ ਕੀਤੇ ਜਾਂਦੇ ਨੇ, ਉਹਨਾਂ ਨੂੰ ਕਦੀ ਵੀ ਗੁਰਬਾਣੀ ਪ੍ਰਵਾਨ ਨਹੀਂ ਕਰਦੀ, ਕਿਉਂਕਿ ਗੁਰੂ ਸਾਹਿਬ ਨੇ ਪਖੰਡਾਂ ਦਾ ਖੰਡਨ ਕੀਤਾ ਤੇ ਇਹਨਾਂ ਵਹਿਮਾਂ ਭਰਮਾਂ ਵਿੱਚੋਂ ਮਨੁੱਖ ਨੂੰ ਕੱਢ ਕੇ ਇੱਕ ਸੱਚ ਦਾ ਮਾਰਗ ਵਿਖਾਇਆ। ਉਹੀ ਸੱਚ ਦਾ ਮਾਰਗ ਹੈ ਇਹ 4 ਬੰਦ, ਜਿਨ੍ਹਾਂ ਨੂੰ ਹੁਣ ਅਸੀਂ ਸਮਝਣ ਜਾ ਰਹੇ ਹਾਂ। ਸੋ ਦੂਸਰੇ ਨੰਬਰ ਤੇ ਹੋ ਗਿਆ ਗਊ ਦੀ ਹੱਤਿਆ, ਤੇ ਤੀਸਰੇ ਨੰਬਰ ਤੇ ਹੋ ਗਿਆ ਕੰਜਕਾਂ, ਛੋਟੀ ਬੱਚੀ ਦਾ ਕਤਲ ਕਰਨਾ। ਛੋਟੀ ਬੱਚੀ ਦਾ ਕਤਲ ਤੇ ਪਾਪ ਹੀ ਏ, ਪਰ ਅੱਜ ਅਸੀਂ ਸਾਇੰਸ ਦੇ ਆਧਾਰ ਤੇ ਜ਼ਿੰਦਗੀ ਜੀ ਰਹੇ ਹਾਂ।
ਤੇ ਸਾਨੂੰ ਬੱਚੀ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਇੱਥੋਂ ਤੱਕ ਕਿ ਅਜੇ 2-3 ਮਹੀਨਿਆਂ ਦਾ ਹੀ ਬੱਚਾ ਮਾਂ ਦੇ ਉਦਰ ਵਿੱਚ ਹੁੰਦਾ ਹੈ ਤੇ ਉਦੋਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਤੇ ਬਹੁਤ ਲੋਕ ਉਸ ਬੱਚੀ ਦਾ ਕਤਲ ਉਦੋਂ ਹੀ ਕਰ ਦਿੰਦੇ ਨੇ, ਜਿਸ ਨੂੰ ਸਿੱਖੀ ਵੀ ਤੇ ਇਹ ਵੈਦਿਕ ਧਰਮ ਵੀ ਪਾਪ ਕਰਮ ਦੱਸ ਰਿਹਾ ਹੈ। ਔਰ ਇਹ ਬਿਮਾਰੀ ਸਾਡੇ ਸਿੱਖ ਸਮਾਜ ਵਿੱਚ ਹੀ ਨਹੀਂ, ਸਗੋਂ ਮਨੁੱਖਤਾ ਦੇ ਸਮਾਜ ਵਿੱਚ ਰਚ ਮਿਚ ਗਈ ਹੈ। ਇਹਨਾਂ ਚੀਜ਼ਾਂ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਬਹੁਤ ਵੱਡਾ ਪਾਪ ਹੈ ਕਿਸੇ ਜੀਵ ਨੂੰ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਇੱਥੋਂ ਰੁਖਸਤ ਕਰ ਦੇਣਾ। ਇਹ ਕਿਸੇ ਤਰ੍ਹਾਂ ਵੀ ਗੱਲ ਚੰਗੀ ਨਹੀਂ। ਸੋ ਕੰਜਕਾਂ ਦਾ ਘਾਤ ਤੇ ਅਨਚਾਰੀ ਕਾ ਧਾਨ, ਚੌਥੇ ਨੰਬਰ ਤੇ। ਅਨਚਾਰੀ ਕੀ ਹੁੰਦਾ ਹੈ? ਜਿਸ ਦਾ ਆਚਾਰ, ਜਿਸ ਦਾ ਵਿਵਹਾਰ ਚੰਗਾ ਨਾ ਹੋਵੇ, ਉਸ ਨੂੰ ਅਨਚਾਰੀ ਆਖਦੇ ਨੇ। ਇਹੋ ਜਿਹੇ ਬੰਦੇ ਤੋਂ ਲੈ ਕੇ ਖਾਣਾ, ਜਿਸ ਬੰਦੇ ਦਾ ਕਿਰਿਆ ਕਰਮ, ਆਚਾਰ, ਵਿਵਹਾਰ ਚੰਗਾ ਨਾ ਹੋਵੇ, ਇਹ ਵੀ ਪਾਪ ਹੈ। ਔਰ ਪੰਜਾਬੀ ਦੀ ਇੱਕ ਕਹਾਵਤ ਹੈ, ਜੈਸਾ ਅੰਨ ਤੈਸਾ ਮਨ। ਜਿਹੋ ਜਿਹਾ ਅਸੀਂ ਭੋਜਨ ਕਰਦੇ ਹਾਂ, ਉਸ ਭੋਜਨ ਦਾ ਜੋ ਅਸਰ ਹੈ ਸਾਡੇ ਸਰੀਰ ਤੇ ਵੀ ਪੈਂਦਾ ਹੈ ਤੇ ਸਾਡੇ ਮਨ ਤੇ ਵੀ ਪੈਂਦਾ ਹੈ। ਜਿੱਥੇ ਉਹ ਭੋਜਨ ਮਾੜੀ ਭਾਂਤ ਦਾ ਖਾਧਾ ਹੋਇਆ ਸਾਡੇ ਸਰੀਰ ਨੂੰ ਵਿਕਾਰਾਂ ਵਾਲੇ ਪਾਸੇ ਲੈ ਜਾਂਦਾ ਹੈ, ਸਾਡੇ ਸਰੀਰ ਦੇ ਅੰਦਰ ਵਿਕਾਰ ਪੈਦਾ ਕਰਦਾ ਹੈ, ਉੱਥੇ ਸਾਨੂੰ ਉਹ ਮਾਨਸਿਕ ਤੌਰ ਤੇ ਵੀ ਬੁਰੇ ਖਿਆਲ ਸਾਡੇ ਅੰਦਰ ਪੈਦਾ ਕਰਨ ਦਾ ਕਾਰਨ ਬਣਦਾ ਹੈ। ਸੋ ਇਹ 4 ਪਾਪ ਮੰਨੇ ਗਏ ਵੈਦਿਕ ਧਰਮ ਦੇ ਅੰਦਰ। ਸਿੱਖੀ ਬਾਰੇ ਆਪਾਂ ਨਾਲ ਦੀ ਨਾਲ ਗੱਲ ਸਮਝਦੇ ਆ ਰਹੇ ਹਾਂ, ਪਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੰਡੇ ਬਾਟੇ ਦੀ ਪਹੁਲ ਦਿੱਤੀ ਤੇ ਸਾਡੀ ਸਿੱਖ ਰਹਿਤ ਮਰਿਆਦਾ ਵਿੱਚ ਉਹ ਬਚਨ ਦਰਜ ਨੇ ਕਿ ਉਹਨਾਂ ਨੇ ਸਾਨੂੰ 4 ਬੱਜਰ ਕੁਰੈਤਾਂ ਤੋਂ ਰੋਕਿਆ ਵੀ ਇਹ 4 ਕਰਮ ਤੁਸੀਂ ਨਹੀਂ ਕਰਨੇ, ਹਰ ਗਿਜ ਨਹੀਂ ਕਰਨੇ, ਜੋ ਮਰਜ਼ੀ ਹੋਏ ਨਹੀਂ ਕਰਨੇ। ਉਹ 4 ਕੁਕਰਮ ਕੀ ਨੇ? ਪਹਿਲੇ ਨੰਬਰ ਤੇ ਹੈ ਕੇਸਾਂ ਦੀ ਬੇਅਦਬੀ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਔਰ ਇਹ ਬਚਨ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ। ਕੋਈ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ, ਨਾ ਆਖਣ ਦਾ ਮੇਰਾ ਕੋਈ ਵਿਚਾਰ ਹੈ। ਕੇਸਾਂ ਦੀ ਬੇਅਦਬੀ ਤੋਂ ਮਤਲਬ ਹੈ ਕੇਸਾਂ ਦਾ ਕੱਟਣਾ, ਕੇਸਾਂ ਨੂੰ ਪੁੱਟਣਾ ਸਰੀਰ ਉੱਤੋਂ, ਔਰ ਕੇਸਾਂ ਨੂੰ ਕਿਸੇ ਭਾਂਤ ਦਾ ਰੰਗ ਰੋਗਨ ਕਰਨਾ। ਇਹ ਕੇਸਾਂ ਦੀ ਬੇਅਦਬੀ ਹੈ ਜੋ ਕਿ ਸਾਨੂੰ ਕਦੇ ਨਹੀਂ ਕਰਨੀ ਚਾਹੀਦੀ। ਇੱਕ ਵਾਰੀ ਇਤਿਹਾਸ ਵਿੱਚ ਇਹ ਬਚਨ ਲਿਖਿਆ ਹੋਇਆ ਹੈ ਕਿ ਸਿੱਖ ਕੌਮ ਦਾ ਮਹਾਰਾਜਾ, ਜਿਸ ਦਾ ਨਾਮ ਰਣਜੀਤ ਸਿੰਘ ਸੀ, ਉਸ ਨੇ ਵਡੇਰੀ ਉਮਰ ਵਿੱਚ ਜਦੋਂ ਕੇਸ ਚਿੱਟੇ ਹੋਣੇ ਸ਼ੁਰੂ ਹੋਏ ਤੇ ਉਹਨੇ ਇੱਕ ਦਿਨ ਇਹਨਾਂ ਨੂੰ ਕਾਲਿਆਂ ਕਰ ਲਿਆ ਤੇ ਇਸ ਗੱਲ ਦਾ ਪਤਾ ਅਕਾਲੀ ਜੀ ਨੂੰ ਲੱਗ ਗਿਆ। ਉਹਨਾਂ ਨੇ ਉਸੇ ਵੇਲੇ ਹੀ ਬੁਲਾ ਲਿਆ, ਦੇਰ ਨਹੀਂ ਲਗਾਈ। ਮੈਂ ਤੇ ਕਹਿੰਦਾ ਸਦਕੇ ਜਾਈਏ ਉਹਨਾਂ ਸਾਡੇ ਪ੍ਰਬੰਧਕ ਸੱਜਣਾ ਤੋਂ। ਉਦੋਂ ਅਕਾਲੀ ਜੀ ਅਕਾਲ ਤਖਤ ਦੇ ਪ੍ਰਬੰਧਕ ਸਨ। ਉਸੇ ਵੇਲੇ ਬੁਲਾ ਲਿਆ, ਚਾਹੇ ਮਹਾਰਾਜਾ ਚਾਹੇ ਗਰੀਬ, ਤੂੰ ਕਿਵੇਂ ਮਾੜੇ ਕਰਮ ਜੋ ਸਿੱਖੀ ਵਰਜਿਤ ਕਰਦੀ ਏ ਜਾਂ ਸਿੱਖੀ ਵਿੱਚ ਵੀ ਵਰਜਿਤ ਨੇ, ਤੂੰ ਕਿਵੇਂ ਕਰ ਸਕਦਾ ਹੈ? ਅੱਜ ਕੋਈ ਨਹੀਂ ਪੁੱਛਦਾ। ਜਿਸ ਕਾ ਰਾਜ, ਜਿਹਦੇ ਹੱਥ ਵਿੱਚ ਡੰਡਾ ਹੈ, ਜਿਸ ਕੀ ਲਾਠੀ ਉਸੀ ਕੀ ਭੈਂਸ, ਉਹ ਜੋ ਮਰਜ਼ੀ ਕਰਵਾਈ ਜਾ ਰਹੇ ਨੇ। ਜਥੇਦਾਰ ਸੁੱਤੇ ਨੇ ਅੱਖਾਂ ਬੰਦ ਕਰਕੇ, ਕਿਤੇ ਉਹ 10ਵੇਂ ਗ੍ਰੰਥ ਦੇ ਜਲੂਸ ਕੱਢ ਰਹੇ ਨੇ। ਮੈਂ ਤੇ ਇੱਕ ਦਿਨ ਸੋਚ ਰਿਹਾ ਹਾਂ ਵੀ ਤੁਸੀਂ ਸਿੱਖੀ ਦਾ ਜਲੂਸ ਕੱਢ ਰਹੇ ਹੋ, ਇਹ ਸਾਨੂੰ ਨਹੀਂ ਕੱਢਣਾ ਚਾਹੀਦਾ। ਤੁਹਾਨੂੰ ਗੁਰੂ ਜੀ ਨੇ, ਅਸੀਂ ਅਜੇ ਕੱਲ ਪਰਸੋਂ ਹੀ ਮਨਾ ਕੇ ਹਟੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕੀਤੀ ਤੇ ਤੁਹਾਨੂੰ ਇਹਦੇ ਤੇ ਵਿਸ਼ਵਾਸ ਹੀ ਨਹੀਂ। ਹੋਰ ਗ੍ਰੰਥ ਸਿਰਾਂ ਤੇ ਚੁੱਕੀ ਫਿਰਦੇ ਹੋ। ਨਾ ਕਰੋ ਇਹ ਕੰਮ।
ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਸ਼ਵਾਸ ਲਿਆਓ। ਅੱਜ ਕੋਈ ਜਥੇਦਾਰ ਉਹਨਾਂ ਲੋਕਾਂ ਨੂੰ ਨਹੀਂ ਰੋਕਦਾ। ਅਕਾਲੀ ਜੀ ਨੇ ਉਸੇ ਵੇਲੇ ਬੁਲਾ ਲਿਆ। ਜਦੋਂ ਸੁਨੇਹਾ ਭੇਜਿਆ ਸੀ, ਇੱਕ ਪੱਤਰ ਲਿਖਿਆ, ਇੱਕ ਚਿੱਠੀ ਲਿਖੀ ਸੀ ਅਕਾਲੀ ਜੀ ਨੇ, ਤੇ ਉਸ ਚਿੱਠੀ ਵਿੱਚ ਲਿਖਿਆ ਸੀ, ਜਿਹਨੂੰ ਦਿੱਤੀ ਚਿੱਠੀ ਵੀ ਰਾਜੇ ਨੂੰ ਦੇ ਆ, ਉਹਦੇ ਵੱਲੋਂ ਇਹ ਸ਼ਬਦ ਆਖੇ ਜਾ ਰਹੇ ਨੇ। ਅਕਾਲੀ ਜੀ ਕਹਿੰਦੇ ਨੇ, ਜਾ ਆਖੀ ਬੱਗੇ ਢੱਗੇ ਨੂੰ, ਕਿਉਂ ਕਰਨਾ ਏ ਕਾਲਾ ਬੱਗੇ ਨੂੰ, ਆਖਰ ਨੂੰ ਤੇ ਮਰਨਾ ਏ, ਫਿਰ ਮੂੰਹ ਕਾਲਾ ਕਿਉਂ ਕਰਨਾ ਏ। ਆਹ ਬਚਨ ਉਸ ਚਿੱਠੀ ਵਿੱਚ ਲਿਖੇ ਹੋਏ ਨੇ ਰਾਜੇ ਵਾਸਤੇ, ਰਣਜੀਤ ਸਿੰਘ ਵਾਸਤੇ। ਅਸੀਂ ਕਿੰਨੇ ਕੁ ਲੋਕ ਹਾਂ ਜਿਹੜੇ ਇਹਨਾਂ ਚੀਜ਼ਾਂ ਤੋਂ ਜਾਣੂ ਹਾਂ, ਤੇ ਅਸੀਂ ਇਸ ਨੂੰ ਕੁਰਾਇਤ ਸਮਝ ਕੇ ਛੱਡ ਦਿਆਂਗੇ ਜਾਂ ਛੱਡ ਦਿੱਤਾ ਹੋਇਆ, ਜਾਂ ਅਸੀਂ ਨਹੀਂ ਕਰਦੇ। ਸੋ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਪਹਿਲੀ ਕੁਰਾਇਤ ਹੈ ਸਿੱਖੀ ਦੇ ਅੰਦਰ ਕੇਸਾਂ ਦੀ ਬੇਅਦਬੀ। ਕਿਸੇ ਪ੍ਰਕਾਰ ਵੀ ਇਹਨਾਂ ਦੀ ਬੇਅਦਬੀ ਨਹੀਂ ਕਰਨੀ। ਜੋ ਹੈ, ਜੋ ਮਾਲਕ ਨੇ ਦਿੱਤਾ, ਜਿਵੇਂ ਹੈ ਉਵੇਂ ਹੀ ਠੀਕ ਹੈ। ਸੋ ਅਗਲਾ ਬਚਨ ਨੇ ਕੁੱਠਾ ਖਾਣਾ। ਕੁੱਠਾ ਖਾਣ ਤੋਂ ਮਤਲਬ ਹੈ ਜੋ ਮੁਸਲਮਾਨੀ ਤਰੀਕੇ ਨਾਲ ਮਾਸ ਬਣਾਇਆ ਜਾਂਦਾ ਹੈ, ਕਲਮਾ ਪੜ੍ਹ ਕੇ, ਉਸ ਨੂੰ ਨਹੀਂ ਖਾਣਾ। ਇਹ ਗੁਲਾਮੀ ਦੀ ਨਿਸ਼ਾਨੀ ਸੀ। ਉਹ ਲੋਕ ਉਦੋਂ ਗੁਲਾਮ ਹੋ ਜਾਂਦੇ ਨੇ ਜਦੋਂ ਕਿਸੇ ਦੀ ਬਾਣੀ, ਬਾਣਾ ਤੇ ਖਾਣਾ, ਇਹ ਤਿੰਨ ਚੀਜ਼ਾਂ ਅਪਣਾ ਲੈਂਦੇ ਨੇ। ਤਿੰਨ ਚੀਜ਼ਾਂ ਫਿਰ ਸਮਝ ਲਈਏ, ਬਾਣੀ, ਬਾਣਾ ਤੇ ਖਾਣਾ। ਦੂਜਿਆਂ ਦੀ ਬੋਲੀ ਬੋਲਣੀ, ਆਪਣੀ ਬੋਲੀ ਗਵਾ ਬੈਠਣਾ। ਬੋਲੀ ਦੁਨੀਆ ਦੇ ਅੰਦਰ ਜਿਹਦੀ ਮਰਜ਼ੀ ਬੋਲੋ, ਪਰ ਆਪਣੀ ਬੋਲੀ ਗਵਾ ਕੇ ਨਹੀਂ। ਇਹ ਗੱਲ ਧਿਆਨ 'ਚ ਰੱਖਣ ਵਾਲੀ ਹੈ। ਇਸ ਨੂੰ ਬਾਣੀ ਆਖਦੇ ਨੇ। ਦੂਜੇ ਨੰਬਰ ਤੇ ਹੈ ਬਾਣਾ, ਆਪਣਾ ਪਹਿਰਾਵਾ ਤਿਆਗ ਕੇ ਕਿਸੇ ਹੋਰਨਾਂ ਦੇ ਪਹਿਰਾਵੇ ਨੂੰ ਧਾਰਨ ਕਰ ਲੈਣਾ। ਤੇ ਤੀਜੇ ਨੰਬਰ ਤੇ ਹੈ ਖਾਣਾ, ਆਪਣੀ ਕਿਸਮ ਦਾ ਖਾਣਾ ਤਿਆਗ ਕੇ ਹੋਰ ਖਾਣਾ, ਜਿਵੇਂ ਕੁੱਠਾ ਖਾਣਾ। ਇੱਥੇ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਕਿ ਸਿੱਖ ਰਹਿਤ ਮਰਿਆਦਾ ਵਿੱਚ ਇਹ ਨਹੀਂ ਲਿਖਿਆ ਕਿ ਤੁਸੀਂ ਮਾਸ ਨਹੀਂ ਖਾਣਾ। ਔਰ ਮੈਂ ਕੋਈ ਖਾਣ ਦੀ ਨਾ ਵਕਾਲਤ ਕਰਦਾ, ਨਾ ਮੈਂ ਖਾਣਾ, ਨਾ ਕਿਸੇ ਨੂੰ ਖਾਣ ਲਈ ਆਖਦਾ, ਔਰ ਨਾ ਹੀ ਮੈਂ ਮਨਾ ਕਰਦਾ, ਕਿਉਂਕਿ ਮਰਿਆਦਾ 'ਚ ਲਿਖਿਆ ਹੀ ਨਹੀਂ ਹੋਇਆ। ਉੱਥੇ ਲਿਖਿਆ ਕੁੱਠਾ ਨਹੀਂ ਖਾਣਾ। ਇਹ ਕੁਰਾਇਤ ਹੈ। ਤੀਜੀ ਕੁਰਾਇਤ ਹੈ ਪਰ ਇਸਤਰੀ ਤੇ ਪਰ ਮਰਦ ਦਾ ਸੰਗ ਮਾੜੀ ਵਾਸਨਾ ਮਨ ਵਿੱਚ ਰੱਖ ਕੇ ਕਰਨਾ। ਇਹਦਾ ਮਤਲਬ ਇਹ ਨਹੀਂ ਲੈਣਾ ਕਿ ਅਸੀਂ ਕਿਸੇ ਭੈਣ ਭਰਾ ਨੂੰ ਮਿਲ ਹੀ ਨਹੀਂ ਸਕਦੇ, ਸਗੋਂ ਮਨ ਵਿੱਚ ਮੰਦੀ ਵਾਸਨਾ ਰੱਖ ਕੇ ਨਹੀਂ ਮਿਲਣਾ। ਇਹ ਗੱਲ ਉੱਥੇ ਲਿਖੀ ਗਈ ਏ, ਪਰ ਇਸਤਰੀ ਤੇ ਪਰ ਮਰਦ ਦਾ ਸੰਗ ਨਹੀਂ ਕਰਨਾ। ਚੌਥੇ ਨੰਬਰ ਤੇ ਤਮਾਕੂ ਦਾ ਵਰਤਣਾ। ਤਮਾਕੂ ਦੇ ਵਰਤਨ ਤੋਂ ਮਤਲਬ ਹੈ ਕਿ ਕਿਸੇ ਪ੍ਰਕਾਰ ਦਾ ਨਸ਼ਾ ਕਰਨਾ। ਅੱਜ ਮੈਡੀਕਲ ਸਾਇੰਸ ਸਾਨੂੰ ਦੱਸ ਰਹੀ ਹੈ ਕਿ ਉਹਨਾਂ ਲੋਕਾਂ ਵਿੱਚ ਕੈਂਸਰ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਜਿਹੜੇ ਲੋਕ ਤਮਾਕੂ ਪੀਂਦੇ ਨੇ ਜਾਂ ਇਹਦਾ ਇਸਤੇਮਾਲ ਕਰਦੇ ਨੇ। ਸੋ ਗੁਰੂ ਸਾਹਿਬ ਨੇ ਇਹ ਚਾਰ ਚੀਜ਼ਾਂ ਤੋਂ ਸਾਨੂੰ ਵਰਜਿਆ। ਇਹਨਾਂ ਨੂੰ ਕਿਲ ਵੇਖ ਆਖਿਆ ਜਾਂਦਾ ਹੈ, ਇਹਨਾਂ ਨੂੰ ਪਾਪ ਆਖਿਆ ਜਾਂਦਾ ਹੈ। ਸੋ ਇਹ ਚਾਰ ਪ੍ਰਕਾਰ ਦਾ ਪਾਪ, ਤੇ ਜੋ ਸਾਡੇ ਸਮਾਜ ਨੇ ਜਾਂ ਸਾਨੂੰ ਗੁਰਬਾਣੀ ਵਿੱਚ ਸਤਿਗੁਰੂ ਜੀ ਮਨਾ ਕਰਦੇ ਨੇ, ਉਹ ਚੀਜ਼ਾਂ ਨਹੀਂ ਕਰਨੀਆਂ। ਸੋ ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵੇਖ ਪਾਪ ਗਵਾਇਆ। ਉਸ ਪੂਰੇ ਗੁਰੂ ਦਾ ਆਰਾਧਨ ਕਰੋ ਜਿਸ ਪੂਰੇ ਗੁਰੂ ਨੇ ਸਾਡੇ ਅੰਦਰੋਂ ਹਰ ਪ੍ਰਕਾਰ ਦੇ ਪਾਪ ਨੂੰ ਗਵਾ ਦਿੱਤਾ, ਭਾਵ ਖਤਮ ਕਰ ਦਿੱਤਾ। ਤੇ ਗੁਰੂ ਤੇ ਪਾਪ ਤਾਂ ਹੀ ਖਤਮ ਕਰੇਗਾ ਨਾ ਜੇ ਗੁਰੂ ਨੂੰ ਆਰਾਧਾਂਗੇ। ਤੇ ਆਰਾਧਨ ਦਾ ਮਤਲਬ ਆਪਾਂ ਸਮਝ ਲਿਆ, ਗੁਰੂ ਦੀ ਸਿੱਖਿਆ ਤੇ ਚੱਲਣਾ। ਗੁਰੂ ਦੀ ਸਿੱਖਿਆ ਸਾਨੂੰ ਕਿੱਥੋਂ ਮਿਲੇਗੀ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ। ਇਸੇ ਲਈ ਮੈਂ ਆਪ ਜੀ ਨੂੰ ਬੇਨਤੀ ਕਰਦਾ ਰਹਿਣਾ, ਔਰ ਮੈਂ ਜਿੰਨਾ ਚਿਰ ਹਾਂ ਕਰਦਾ ਹੀ ਰਹਾਂਗਾ ਕਿ ਇਸ ਨੂੰ ਆਪ ਪੜ੍ਹਿਆ ਕਰੋ।
ਲੋਕਾਂ ਤੇ ਨਾ ਛੱਡੋ, ਪੈਸੇ ਦੇ ਕੇ ਨਾ ਪੜ੍ਹਾਓ, ਇਸ ਦਾ ਕੋਈ ਲਾਭ ਨਹੀਂ ਹੋਣ ਵਾਲਾ। ਨਾ ਇਹ ਕੋਈ ਧਰਮ ਹੈ, ਨਾ ਇਹ ਕੋਈ ਅਰਥ ਹੈ, ਕੁਛ ਵੀ ਨਹੀਂ ਹੈ। ਇਹ ਅਸੀਂ ਆਪਣਾ ਸਮਾਂ ਤੇ ਆਪਣਾ ਪੈਸਾ ਬਰਬਾਦ ਕਰ ਰਹੇ ਹਾਂ, ਜੋ ਕਿ ਸਾਨੂੰ ਨਹੀਂ ਕਰਨਾ ਚਾਹੀਦਾ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਨੂੰ ਆਪ ਪੜ੍ਹੋ, ਭਾਵੇਂ ਰੋਜ਼ਾਨਾ ਇੱਕ ਹੀ ਸ਼ਬਦ ਪੜ੍ਹੋ। ਮੈਂ ਇੱਕ ਮਹਾਂਪੁਰਸ਼ ਦਾ ਐਸਾ ਉਹਨਾਂ ਦੇ ਜੀਵਨ ਵਿੱਚ ਪੜ੍ਹਿਆ ਕਿ ਉਹ ਸਵੇਰੇ ਹਰ ਰੋਜ਼ ਜਦੋਂ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਸ੍ਰੀ ਮੁੱਖ ਵਾਕ ਲੈਂਦੇ ਸਨ ਤੇ ਉਸ ਮੁੱਖ ਵਾਕ ਨੂੰ ਉਹ ਲਿਖ ਲਿਆ ਕਰਦੇ ਸਨ। ਲਿਖ ਕੇ ਉਹ ਸਾਰਾ ਦਿਨ ਉਸ ਦਾ ਪਾਠ ਕਰਦੇ ਰਹਿੰਦੇ ਤੇ ਇਸ ਤਰ੍ਹਾਂ ਕਰਨ ਨਾਲ ਉਹ ਸ਼ਬਦ ਉਹਨਾਂ ਨੂੰ ਯਾਦ ਹੋ ਜਾਂਦਾ, ਜ਼ੁਬਾਨੀ ਯਾਦ ਹੋ ਜਾਂਦਾ। ਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹਨਾਂ ਨੂੰ ਬੇਅੰਤ ਬਾਣੀ ਯਾਦ ਹੋ ਗਈ ਸੀ। ਸਾਨੂੰ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ। ਇੱਕ ਸ਼ਬਦ ਦੀ ਰੋਜ਼ ਪੜ੍ਹੋ, ਕਿਤੋਂ ਵੀ ਪੜ੍ਹੋ, ਕੋਈ ਵੀ ਪੜ੍ਹੋ, ਉਸ ਸ਼ਬਦ ਨੂੰ ਲਿਖ ਲਵੋ। ਉਹਦੇ ਜਿਹੜੇ ਔਖੇ ਸ਼ਬਦ ਨੇ ਜਿਨ੍ਹਾਂ ਦੇ ਸਾਨੂੰ ਮਤਲਬ ਨਾ ਆਉਂਦੇ ਹੋਣ, ਉਹ ਕਿਸੇ ਡਿਕਸ਼ਨਰੀ ਚੋਂ ਵੇਖ ਲਵੋ ਤੇ ਉਹਨਾਂ ਨੂੰ ਸਮਝ ਸਮਝ ਕੇ ਪੜ੍ਹ ਕੇ ਵਿਚਾਰ ਸਹਿਤ ਦਿਮਾਗ ਵਿੱਚ ਬਿਠਾਓ। ਤੇ ਇਸ ਤਰ੍ਹਾਂ ਅਸੀਂ ਗੁਰੂ ਦੀ ਸਿੱਖਿਆ ਤੇ ਚੱਲਣ ਦੇ ਯੋਗ ਬਣ ਜਾਵਾਂਗੇ। ਤੇ ਗੁਰੂ ਦੀ ਸਿੱਖਿਆ ਜਦੋਂ ਸਾਡੇ ਮਨ ਵਿੱਚ ਆਏਗੀ, ਅਸੀਂ ਪਾਪਾਂ ਤੋਂ ਬਚ ਨਿਕਲਾਂਗੇ, ਮਾੜੇ ਕਰਮਾਂ ਤੋਂ ਬਚ ਨਿਕਲਾਂਗੇ। ਆਓ ਅੱਗੇ ਸਤਿਗੁਰੂ ਸਾਨੂੰ ਕੀ ਵਿਚਾਰ ਬਖਸ਼ਦੇ ਨੇ ਇਸ ਪਹਿਲੇ ਬੰਦ ਵਿੱਚ। ਜਿਨ੍ਹਾਂ ਨੇ ਪੂਰੇ ਗੁਰੂ ਦਾ ਆਰਾਧਨ ਕੀਤਾ ਤੇ ਪੂਰੇ ਗੁਰੂ ਨੇ ਕਿਰਪਾ ਕਰਕੇ ਜਿਨ੍ਹਾਂ ਦੇ ਪਾਪ ਗਵਾ ਦਿੱਤੇ, ਹੁਣ ਆਖਦੇ ਨੇ ਸਹਿਜ ਆਨੰਦ ਹੋਆ ਵੱਡ ਭਾਗੀ। ਉਹ ਮਨੁੱਖ ਜਿਨ੍ਹੇ ਪੂਰੇ ਗੁਰੂ ਦਾ ਆਰਾਧਨ ਕੀਤਾ, ਉਸ ਨੂੰ ਸਹਿਜ ਸੁਭਾਏ ਹੀ ਅੰਦਰੋਂ ਕੋਈ ਆਨੰਦ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ। ਹੋਆ ਵਡਭਾਗੀ, ਉਹ ਮਨੁੱਖ ਵੱਡਿਆਂ ਭਾਗਾਂ ਵਾਲਾ ਬਣ ਗਿਆ। ਫਿਰ ਕੀ ਹੋਇਆ? ਮਨ ਹਰ ਹਰ ਮੀਠਾ ਲਾਇਆ। ਪੂਰੇ ਗੁਰੂ ਨੇ ਵਾਹਿਗੁਰੂ ਜੀ ਦਾ ਪਵਿੱਤਰ ਨਾਮ ਉਹਦੇ ਮਨ ਵਿੱਚ ਮਿੱਠਾ ਕਰਕੇ ਲਾ ਦਿੱਤਾ। ਜਿਵੇਂ ਕਿਸੇ ਬੱਚੇ ਨੂੰ ਮਿੱਠਾ ਖਾਣ ਦੀ ਆਦਤ ਬਣ ਜਾਂਦੀ, ਉਹਦਾ ਸੁਭਾਅ ਬਣ ਜਾਂਦਾ ਹੈ। ਉਹਨੂੰ ਕਿੰਨਾ ਸਮਝਾਓ ਕਿ ਮਿੱਠਾ ਸਰੀਰ ਵਾਸਤੇ ਜ਼ਿਆਦਾ ਮਿੱਠਾ ਖਾਣਾ ਚੰਗਾ ਨਹੀਂ, ਉਹਨੂੰ ਇਹ ਗੱਲ ਤੇ ਸਮਝ ਨਹੀਂ ਆਉਂਦੀ ਕਿ ਮੈਨੂੰ ਰੋਕਿਆ ਕਿਉਂ ਜਾ ਰਿਹਾ ਹੈ। ਪਰ ਉਹਨੂੰ ਇਹ ਪਤਾ ਹੁੰਦਾ ਹੈ ਕਿ ਮੈਂ ਮਿੱਠਾ ਖਾਣਾ ਹੈ, ਉਹਦੀ ਆਦਤ ਬਣ ਗਈ, ਉਹਦਾ ਸੁਭਾਅ ਬਣ ਗਿਆ। ਪਰ ਜਿਹੜਾ ਅੰਮ੍ਰਿਤ ਨਾਮ ਹੈ ਨਾ, ਮਿੱਠਾ ਤਾਂ ਜਿਹੜਾ ਬਾਹਰੋਂ ਅਸੀਂ ਖਾਣੇ ਤੇ ਸਾਡੇ ਸਰੀਰ ਨੂੰ ਕੋਈ ਰੋਗ ਲਗਾ ਸਕਦਾ ਹੈ, ਪਰ ਜਿਹੜਾ ਅੰਮ੍ਰਿਤ ਨਾਮ ਮਿੱਠਾ ਜਿਸ ਨੂੰ ਲੱਗਣ ਲੱਗ ਪਏ, ਉਹਦੇ ਸਰੀਰ ਦੇ ਸਾਰੇ ਰੋਗ ਹੀ ਖਤਮ ਹੋ ਜਾਂਦੇ ਨੇ। ਇਹ ਤੇ ਗੁਰਬਾਣੀ ਦਾ ਫੈਸਲਾ ਹੈ। ਤੇ ਮੈਂ ਕਈ ਵਾਰੀ ਇਸ ਤਰ੍ਹਾਂ ਸੋਚਦਾ ਹੁੰਨਾ ਕਿ ਜਿਹੜੇ ਅਸੀਂ ਲੋਕ ਹਾਂ, ਬਾਣੀ ਪੜ੍ਹਦੇ ਹਾਂ, ਆਪਣੇ ਮਨੋਂ ਥੋੜਾ ਬਹੁਤਾ ਨਾਮ ਵੀ ਜਪਣ ਦੀ ਕੋਸ਼ਿਸ਼ ਕਰਦੇ ਹੀ ਹਾਂ, ਪਰ ਸਾਡੇ ਅੰਦਰ ਰੋਗ ਨੇ, ਸਰੀਰਕ ਵੀ ਨੇ, ਮਾਨਸਿਕ ਵੀ ਨੇ। ਤੇ ਮੈਂ ਤੇ ਸੱਚ ਬੋਲਣ ਤੋਂ ਗੁਰੇਜ਼ ਨਹੀਂ ਕਰਦਾ ਤੇ ਇਹ ਹੀ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਦੇ ਅੰਦਰ ਅਜੇ ਮਾਨਸਿਕ ਰੋਗ ਨੇ, ਉਹਨਾਂ ਨੂੰ ਅਜੇ ਨਾਮ ਮਿੱਠਾ ਨਹੀਂ ਲੱਗਣ ਲੱਗਾ। ਚਾਹੇ ਉਹ ਲੱਖ ਪੜ੍ਹੀ ਜਾ ਰਹੇ ਨੇ, ਪੜ੍ਹਾਈ ਜਾ ਰਹੇ ਨੇ, ਜੋ ਮਰਜ਼ੀ ਕਰਾਈ ਜਾ ਰਹੇ ਨੇ, ਨਾਮ ਨੂੰ ਅਜੇ ਮਨ ਨੇ ਐਕਸੈਪਟ ਨਹੀਂ ਕੀਤਾ, ਅਜੇ ਉਹ ਮਿੱਠਾ ਨਹੀਂ ਲੱਗਿਆ ਨਾਮ। ਸੋ ਜਿਹੜੇ ਮਨੁੱਖ ਗੁਰੂ ਦਾ ਆਰਾਧਨ ਕਰਦੇ ਨੇ, ਗੁਰੂ ਕਿਰਪਾ ਕਰਕੇ ਉਹਨਾਂ ਦੇ ਮਨ ਵਿੱਚ ਪਰਮੇਸ਼ਵਰ ਦਾ ਅੰਮ੍ਰਿਤ ਨਾਮ ਮਿੱਠਾ ਕਰਕੇ ਲਾ ਦਿੰਦਾ ਹੈ। ਫਿਰ ਉਸ ਮਿੱਠੇ ਨਾਮ ਨੂੰ ਮਨੁੱਖ ਛੱਡ ਨਹੀਂ ਸਕਦਾ, ਉਹ ਵੀ ਆਦੀ ਹੋ ਜਾਂਦਾ ਹੈ, ਉਹਦਾ ਵੀ ਸੁਭਾਅ ਹੀ ਬਣ ਜਾਂਦਾ ਹੈ। ਸੋ ਇਹ ਬਚਨ ਗੁਰੂ ਰਾਮਦਾਸ ਮਹਾਰਾਜ ਸਾਡੇ ਨਾਲ ਸਾਂਝਾ ਕਰਦੇ ਨੇ ਵੀ ਜੇ ਗੁਰੂ ਨੂੰ ਆਰਾਧੀਏ ਤੇ ਫਿਰ ਸਾਨੂੰ ਬਹੁਤਾ ਯਤਨ ਨਹੀਂ ਕਰਨਾ ਪੈਂਦਾ। ਸਹਿਜ ਆਨੰਦ, ਸਹਿਜ ਸੁਭਾਏ ਹੀ। ਇੱਥੇ ਸਹਿਜ ਅਵਸਥਾ ਦੀ ਗੱਲ ਨਹੀਂ, ਇੱਥੇ ਗੱਲ ਹੈ ਸਹਿਜ ਸੁਭਾਏ, ਕਿਉਂਕਿ ਅਵਸਥਾ ਹੀ ਪਹਿਲੀ, ਇੱਥੇ ਉਹ ਸਹਿਜ ਅਵਸਥਾ ਬਾਣੀ ਨਹੀਂ ਪਾਏਗੀ। ਸੋ ਸਹਿਜ ਸੁਭਾਏ ਹੀ ਮਨੁੱਖ ਦੇ ਅੰਦਰ ਆਨੰਦ, ਖੁਸ਼ੀ, ਖੇੜਾ, ਕੁਛ ਚੰਗਾ ਚੰਗਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਮਨੁੱਖ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ ਹੈ।
ਫਿਰ ਆਖਦੇ ਨੇ ਅਖੀਰ ਵਿੱਚ, ਜਨ ਕਹਿ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਅਸੀਂ ਪਹਿਲਾਂ ਸਮਝਿਆ ਸੀ ਕਿ ਕਾਜ ਆਰੰਭ ਕੀ ਕੀਤਾ ਹੈ। ਅਸੀਂ ਸਾਰੇ ਜੀਵ ਰੱਬ ਜੀ ਨਾਲੋਂ ਵਿਛੜੇ ਹੋਏ ਹਾਂ, ਉਹਦੇ ਨਾਲੋਂ ਵਿਛੜ ਕੇ ਸਾਡਾ ਜਨਮ ਹੋਇਆ ਹੈ। ਤੇ ਇਸ ਤਰ੍ਹਾਂ ਵੀ ਗੁਰੂ ਅਮਰਦਾਸ ਜੀ ਨੇ ਲਿਖਿਆ ਹੈ ਕਿ ਜਦੋਂ ਤੂੰ ਮਾਂ ਦੇ ਉਦਰ ਵਿੱਚ ਸੈਂ ਉਦੋਂ ਤੇ ਜੁੜਿਆ ਹੋਇਆ ਸੈਂ ਤੂੰ, ਪਰ ਜਿਵੇਂ ਹੀ ਤੈਨੂੰ ਸੰਸਾਰ ਦੀ ਮਾਇਆ ਲੱਗੀ ਏ, ਬਾਹਰਲੀ ਹਵਾ ਲੱਗੀ, ਲੱਗਦਿਆਂ ਹੀ ਤੈਨੂੰ ਪਰਮਾਤਮਾ ਵਿਸਰ ਗਿਆ ਤੇ ਤੂੰ ਉਹਦੇ ਨਾਲੋਂ ਟੁੱਟ ਗਿਓ, ਤੇਰੀ ਸੁਰਤ ਉਹਦੇ ਨਾਲੋਂ ਟੁੱਟ ਗਈ। ਉਹਦੇ ਨਾਲ ਜੁੜਨਾ ਹੀ ਆਰੰਭ ਕਾਜ ਹੈ। ਕਾਜ ਦੀ ਆਰੰਭਤਾ ਹੈ ਪਰਮੇਸ਼ਵਰ ਦੇ ਨਾਮ ਸਿਮਰਨ ਦੀ ਰਾਹੀਂ ਪਰਮਾਤਮਾ ਨਾਲ ਜੁੜਨ ਦੇ ਆਹਰ ਵਿੱਚ ਲੱਗਣਾ। ਇਸ ਨੂੰ ਅਧਿਆਤਮਿਕਤਾ ਦੀ ਪਹਿਲੀ ਲਾਮ ਆਖਦੇ ਨੇ, ਸੋਹਣੀ ਲਾਮ ਆਖਦੇ ਨੇ। ਸੋ ਆਓ ਅਸੀਂ ਇਸ ਪਹਿਲੀ ਲਾਮ ਦਾ ਪਾਠ ਤੇ ਸਮਝ ਲਿਆ, ਉਸਦੇ ਸ਼ਬਦ ਅਰਥ, ਭਾਵ ਅਰਥ ਸਮਝ ਲਏ। ਆਓ ਹੁਣ ਸੰਖੇਪ ਜੀ ਵਿਚਾਰ ਇਸ ਸਮੁੱਚੀ ਬਾਣੀ ਤੇ, ਯਾਨੀ ਪਹਿਲੇ ਬੰਦ ਤੇ ਆਪਾਂ ਕਰਦੇ ਹਾਂ। ਤੇ ਆਪਾਂ ਸਾਰਿਆਂ ਨੇ ਆਪਣੇ ਆਪਣੇ ਅੰਦਰ ਵੇਖਣਾ, ਬਾਹਰ ਨਹੀਂ, ਕਿਸੇ ਵੱਲ ਨਹੀਂ। ਮੈਂ ਤੁਹਾਡੇ ਵੱਲ ਨਾ ਵੇਖਾਂ, ਤੁਸੀਂ ਮੇਰੇ ਵੱਲ ਨਾ ਵੇਖੋ। ਮੇਰੇ ਕਰਮ ਮੇਰੇ ਨਾਲ ਨੇ, ਤੁਹਾਡੇ ਕਰਮ ਤੁਹਾਡੇ ਨਾਲ ਨੇ। ਜੋ ਮੈਂ ਕਰਾਂਗਾ ਉਹਦਾ ਫਲ ਮੈਂ ਭੁਗਤਾਂਗਾ, ਜੋ ਤੁਸੀਂ ਕਰੋਗੇ ਤੁਸੀਂ ਭੁਗਤੋਗੇ। ਫਿਰ ਸਾਨੂੰ ਕਿਸੇ ਵੱਲ ਵੇਖਣ ਦੀ ਜ਼ਰੂਰਤ ਨਹੀਂ, ਅਸੀਂ ਆਪਣੇ ਵੱਲ ਵੇਖਣਾ ਹੈ। ਜੇ ਤੇ ਇਹ ਗੱਲ ਸਚਾਈ ਏ ਕਿ ਆਪਾਂ ਸਾਰੇ ਜਣੇ ਗੁਰਦੁਆਰੇ ਆਉਂਦੇ ਆ, ਤੇ ਗੁਰਦੁਆਰੇ ਆਉਣ ਦਾ ਜੋ ਸਾਡਾ ਮਕਸਦ ਏ ਉਹ ਹੈ ਅਧਿਆਤਮਿਕ ਮਾਰਗ ਤੇ ਅੱਗੇ ਵਧਣਾ, ਤੇ ਫਿਰ ਆਹ ਜਿਹੜੇ 5 ਪੁਆਇੰਟ ਮੈਂ ਤੁਹਾਡੇ ਸਾਹਮਣੇ ਲਿਆਂਦੇ ਨੇ, ਇਹਨਾਂ ਵੱਲ ਧਿਆਨ ਦਿਓ ਤੇ ਵੇਖੋ ਕਿ ਕੀ ਸਾਡੇ ਤੇ ਇਹ ਘਟਦੇ ਨੇ ਕਿ ਨਹੀਂ। ਜੇ ਘਟਦੇ ਨੇ ਤੇ ਆਪਾਂ ਅਧਿਆਤਮਿਕ ਮਾਰਗ ਤੇ ਅੱਗੇ ਵਧ ਰਹੇ ਹਾਂ। ਜੇ ਨਹੀਂ ਘਟਦੇ ਤੇ ਫਿਰ ਦੇਰੀ ਨਾ ਕਰੀਏ, ਇਹਦੇ ਮੁਤਾਬਕ ਅਸੀਂ ਕਰਨਾ ਸ਼ੁਰੂ ਕਰੀਏ। ਇਹਦਾ ਮਤਲਬ ਇਹ ਨਹੀਂ ਕਿ ਜੇ ਨਹੀਂ ਘਟਦੇ ਤੇ ਅਸੀਂ ਇੱਥੋਂ ਉੱਠ ਕੇ ਚਲੇ ਜਾਈਏ, ਨਹੀਂ ਨਹੀਂ। ਜੇ ਨਹੀਂ ਘਟਦੇ ਤੇ ਅਸੀਂ ਯਤਨ ਕਰਨਾ ਹੈ, ਅਸੀਂ ਮਿਹਨਤ ਕਰਨੀ ਹੈ, ਮਸ਼ੱਕਤ ਕਰਨੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਜੀਵਨ ਵਿੱਚ ਅਪਣਾ ਕੇ ਅੱਗੇ ਵਧੀਏ। ਇੱਕ ਦਿਨ ਇੱਕ ਸੱਜਣ ਕਹਿ ਰਹੇ ਸਨ ਕਿ ਕੀ ਪਰਮਾਤਮਾ ਨੂੰ ਮਿਲਣ ਲਈ ਕੁਝ ਕਰਨਾ ਪੈਂਦਾ? ਬਾਣੀ ਤੇ ਕਹਿੰਦੀ ਹੈ ਰੱਬ ਆਪੇ ਹੀ ਆ ਕੇ ਮਿਲ ਪੈਂਦਾ, ਜਿਹਦੇ ਉੱਤੇ ਉਹ ਦਇਆ ਕਰਦਾ, ਜਿਹਦੇ ਉੱਤੇ ਉਹ ਕਿਰਪਾ ਕਰਦਾ। ਇਹ ਗੱਲ ਬਿਲਕੁਲ ਸਚਾਈ ਹੈ ਕਿ ਜਿਹਦੇ ਉੱਤੇ ਪਰਮਾਤਮਾ ਦਇਆ ਕਰਦਾ ਹੈ ਉਸ ਨੂੰ ਉਹ ਮਿਲ ਪੈਂਦਾ, ਉਸ ਨੂੰ ਆਪਣੇ ਨਾਲ ਜੋੜ ਲੈਂਦਾ। ਉਹਦੀ ਟੁੱਟੀ ਹੋਈ ਸੁਰਤ ਮਾਲਕ ਨਾਲ, ਸ਼ਬਦ ਨਾਲ ਜੁੜ ਜਾਂਦੀ ਏ। ਪਰ ਇਹ ਗੱਲ ਆਪਾਂ ਨਹੀਂ ਕਹਿ ਸਕਦੇ, ਇਹ ਗੱਲ ਗੁਰੂ ਸਾਹਿਬ ਆਖ ਸਕਦੇ ਨੇ। ਕੋਈ ਜੁੜਿਆ ਹੋਇਆ ਮਹਾਂਪੁਰਸ਼ ਆਖ ਸਕਦਾ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਜੁੜਿਆ ਹਾਂ ਤੇ ਤੇਰੀ ਕਿਰਪਾ ਨਾਲ ਜੁੜਿਆ। ਜੇ ਤੂੰ ਮੈਨੂੰ ਜੋੜਿਆ ਤੇ ਤੂੰ ਆਪਣੀ ਕਿਰਪਾ ਕਰਕੇ ਮੈਨੂੰ ਜੋੜਿਆ, ਮੇਰੇ ਯਤਨਾਂ ਦਾ ਸਦਕਾ ਮੈਂ ਤੇਰੇ ਨਾਲ ਨਹੀਂ ਜੁੜਿਆ। ਪਰ ਇਹ ਆਪਾਂ ਨਹੀਂ ਇਹ ਗੱਲ ਜੇ ਆਖਣੀ। ਜਿਹੜੇ ਜੁੜੇ ਹੋਏ ਹੋ ਤੁਸੀਂ, ਉਹਨਾਂ ਦੀ ਮੈਂ ਗੱਲ ਨਹੀਂ ਕਰਦਾ। ਮੈਂ ਤੇ ਆਪਣੇ ਜਿਹੇ ਲੋਕਾਂ ਦੀ, ਜਿਨ੍ਹਾਂ ਉੱਤੇ ਜੇ ਅਸੀਂ ਪਹਿਲੀ ਅਵਸਥਾ 'ਚ ਹੀ ਬੈਠੇ ਹਾਂ, ਉਹਨਾਂ ਦੀ ਗੱਲ ਕਰਦਾ। ਤੇ ਉਹਨੂੰ ਮੈਂ ਇਸ ਤਰ੍ਹਾਂ ਦੱਸਿਆ ਕਿ ਦੇਖੋ ਸੂਰਜ ਨਿਕਲਦਾ, ਤੁਸੀਂ ਪਰਮਾਤਮਾ ਨੂੰ ਤੇ ਭੁੱਲ ਜਾਓ ਕਿਉਂਕਿ ਸਾਨੂੰ ਉਹ ਨਜ਼ਰ ਨਹੀਂ ਆ ਰਿਹਾ, ਤੇ ਉਹਦੇ ਕਿਹੜੀ ਅਸੀਂ ਉਦਾਹਰਣ ਲੈ ਕੇ ਕੋਈ ਗੱਲ ਕਰੀਏ। ਤੇ ਸੂਰਜ ਨਜ਼ਰ ਆ ਰਿਹਾ, ਆਪਾਂ ਉਹਦੀ ਉਦਾਹਰਣ ਲੈ ਕੇ ਇੱਕ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਪਰਮਾਤਮਾ ਆਪਣੀ ਕਿਰਪਾ ਨਾਲ ਹੀ ਮਿਲਦਾ, ਸਾਡੇ ਯਤਨਾਂ ਨਾਲ ਨਹੀਂ ਮਿਲਦਾ। ਤੇ ਉਦਾਹਰਣ ਲਈ ਆਪਾਂ ਸੂਰਜ ਦੀ, ਵੀ ਸੂਰਜ ਨਿਕਲਦਾ ਹੈ, ਇਹ ਉਹਦੀ ਆਪਣੀ ਕਿਰਪਾ ਹੈ, ਕੋਈ ਸਾਡੇ ਯਤਨਾਂ ਨਾਲ ਨਹੀਂ ਨਿਕਲ ਰਿਹਾ। ਉਹ ਕਿ ਅਸੀਂ ਸਵੇਰੇ ਉੱਠੇ ਸਾਂ ਤਾਂ ਸੂਰਜ ਨਿਕਲਿਆ, ਜੇ ਅਸੀਂ ਨਾ ਉੱਠਦੇ ਤੇ ਸ਼ਾਇਦ ਉਹ ਵੀ ਸੁੱਤਾ ਹੀ ਰਹਿ ਜਾਂਦਾ। ਇਸ ਤਰ੍ਹਾਂ ਤੇ ਨਹੀਂ ਨਾ ਹੋ ਰਿਹਾ ਵੀ ਅਸੀਂ ਸਵੇਰੇ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਅਰਦਾਸ ਕੀਤੀ ਤੇ ਉਹਨੂੰ ਜਗਾਇਆ ਕਿ ਤੂੰ ਆ ਜਾ ਹੁਣ। ਇਸ ਤਰ੍ਹਾਂ ਨਹੀਂ ਹੋਇਆ। ਸੂਰਜ ਨਿਕਲਦਾ ਹੈ, ਉਹ ਸਾਰੇ ਬ੍ਰਹਿਮੰਡ ਤੇ ਆਪਣੀ ਕਿਰਪਾ ਦੀਆਂ ਕਿਰਨਾਂ ਫੈਲਾ ਦਿੰਦਾ ਹੈ। ਅਸੀਂ ਕੀ ਕਰਨਾ ਹੈ? ਸਾਡੇ ਵਿਹੜੇ ਵਿੱਚ, ਸਾਡੇ ਕਮਰੇ ਵਿੱਚ ਸੂਰਜ ਤਾਂ ਹੀ ਆ ਪਾਏਗਾ
ਜੇ ਅਸੀਂ ਆਪਣੀ ਵਿੰਡੋ ਦੇ ਪਰਦੇ ਪਾਸੇ ਕਰਾਂਗੇ। ਉਹ ਸੂਰਜ ਨੇ ਖੁਦ ਨਹੀਂ ਕਰਨੇ ਆ ਕੇ। ਸੂਰਜ ਨੇ ਖੁਦ ਦਰਵਾਜ਼ਾ ਆ ਕੇ ਨਹੀਂ ਸਾਡਾ ਖੋਲ੍ਹਣਾ, ਖੜਕਾਉਣਾ ਕਿ ਉੱਠੋ ਮੈਂ ਨਿਕਲ ਆਇਆ ਤੇ ਤੁਸੀਂ ਵੀ ਕਿਰਨਾਂ ਦਾ ਆਨੰਦ ਮਾਣੋ। ਨਿਕਲਿਆ ਉਹ ਆਪਣੀ ਕਿਰਪਾ ਨਾਲ ਹੀ ਏ, ਪਰ ਸਾਡੇ ਘਰ ਵਿੱਚ ਉਹ ਸਾਡੇ ਯਤਨ ਨਾਲ ਆਏਗਾ, ਆਪਣੇ ਆਪ ਨਹੀਂ ਆਏਗਾ। ਬਿਲਕੁਲ ਇਸੇ ਤਰ੍ਹਾਂ ਹੀ ਪਰਮਾਤਮਾ ਆਉਂਦਾ ਉਹ ਆਪਣੀ ਕਿਰਪਾ ਨਾਲ ਹੀ ਏ, ਪਰ ਅੱਗੋਂ ਸਾਡੇ ਹਿਰਦੇ ਦਾ ਦਰਵਾਜ਼ਾ ਅਸੀਂ ਖੁਦ ਹੀ ਖੋਲਾਂਗੇ, ਇਹ ਉਹਨੇ ਨਹੀਂ ਖੋਲਣਾ। ਅੰਮ੍ਰਿਤ ਵੇਲੇ ਉੱਠਣਾ, ਮਾਲਕ ਦੀ ਯਾਦ ਵਿੱਚ ਜੁੜਨਾ, ਥੋੜਾ ਸਮਾਂ ਜਿੰਨਾ ਹੋ ਸਕੇ ਉਹਦੀ ਯਾਦ ਵਿੱਚ ਬੈਠਣਾ, ਮਨ ਨੂੰ ਥੋੜਾ ਖੋਲਣਾ, ਗਿਆਨ ਅੰਦਰ ਚਲਾ ਜਾਏ, ਸਾਡੇ ਗਿਆਨ ਇੰਦਰੇ ਥੋੜੇ ਜਿਹੇ ਸੁਚੇਤ ਹੋ ਜਾਣ, ਰੱਬ ਜੀ ਅੰਦਰ ਆ ਜਾਣਗੇ। ਪਰ ਇਹ ਦਰਵਾਜ਼ਾ ਤੇ ਆਪਾਂ ਨੂੰ ਹੀ ਖੋਲਣਾ ਪਏਗਾ, ਇਹ ਵਿੰਡੋ ਦੇ ਪਰਦੇ ਤੇ ਆਪਾਂ ਨੂੰ ਹੀ ਪਾਸੇ ਕਰਨੇ ਪੈਣਗੇ। ਸੋ ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਕਿ ਪਰਮਾਤਮਾ ਸਾਡੇ ਯਤਨਾਂ ਦੁਆਰਾ ਨਹੀਂ ਮਿਲਦਾ, ਉਹ ਆਪਣੀ ਕਿਰਪਾ ਨਾਲ ਹੀ ਨਿਕਲਦਾ ਹੈ। ਜੇ ਅਸੀਂ ਅੱਧੀ ਰਾਤ ਨੂੰ ਦਰਵਾਜ਼ੇ ਜਾਂ ਖਿੜਕੀ ਦੇ ਪਰਦੇ ਹਟਾ ਕੇ ਆਖੀਏ ਸੂਰਜ ਨੂੰ ਕਿ ਤੂੰ ਹੁਣ ਆ, ਉਹ ਨਹੀਂ ਆਏਗਾ, ਉਹ ਆਪਣੇ ਸਮੇਂ ਤੇ ਹੀ ਆਏਗਾ। ਜਦੋਂ ਉਹਨੇ ਕਿਰਪਾ ਕਰਨੀ ਉਦੋਂ ਹੀ ਕਰਨੀ ਹੈ, ਤੁਹਾਡੇ ਪਰਦੇ ਹਟਾਉਣ ਨਾਲ ਨਹੀਂ ਉਹ ਆਏਗਾ। ਪਰ ਜੇ ਉਹ ਆਇਆ ਹੋਇਆ ਹੈ ਤੇ ਤੁਸੀਂ ਪਰਦੇ ਹਟਾਓਗੇ ਤੇ ਉਹ ਅੰਦਰ ਆਏਗਾ, ਐਵੇਂ ਨਹੀਂ ਆਉਣ ਵਾਲਾ। ਸੋ ਇਸ ਗੱਲ ਤੋਂ ਅਸੀਂ ਸਮਝ ਤੇ ਗਏ ਹੀ ਹਾਂ ਕਿ ਰੱਬ ਆਪਣੀ ਕਿਰਪਾ ਨਾਲ ਹੀ ਮਿਲਦਾ ਹੈ। ਅਸੀਂ ਇਹ ਗੱਲ ਨਹੀਂ ਆਖਣੀ ਕਿਉਂਕਿ ਅਸੀਂ ਆਖਣ ਦੇ ਅਜੇ ਕਾਬਲ ਜਾਂ ਯੋਗ ਨਹੀਂ ਹੋਏ। ਜਿਹੜੇ ਮਹਾਂਪੁਰਸ਼ ਇਹ ਗੱਲ ਕਹਿੰਦੇ ਨੇ ਕਿ ਪਰਮਾਤਮਾ ਆਪਣੀ ਕਿਰਪਾ ਨਾਲ ਹੀ ਮਿਲਦਾ ਹੈ, ਉਹ ਇਸ ਕਰਕੇ ਕਹਿੰਦੇ ਨੇ ਕਿ ਉਹਨਾਂ ਦਾ ਯਤਨ ਤੇ ਬਹੁਤ ਥੋੜਾ ਸੀ, ਪਰ ਜੋ ਉਹਨਾਂ ਨੂੰ ਮਿਲਿਆ ਉਹ ਬਹੁਤ ਕੁਝ ਸੀ। ਫਿਰ ਉਹ ਕਿਵੇਂ ਬੰਦਾ ਆਖੇ ਕਿ ਮੇਰੇ ਯਤਨਾਂ ਨਾਲ ਇੰਨੇ ਹੀਰੇ ਮੋਤੀ ਜਵਾਹਰਾਤ ਮੈਨੂੰ ਮਿਲ ਗਏ ਨੇ, ਮੈਂ ਤੇ 8 ਘੰਟੇ ਕੰਮ ਕੀਤਾ, ਵੱਧ ਤੋਂ ਵੱਧ ਮੈਨੂੰ $80 ਮਿਲਣੇ ਚਾਹੀਦੇ ਸੀ, ਪਰ ਮਿਲ ਗਏ ਨੇ ਅਰਬਾਂ ਡਾਲਰ। ਤੇ ਮੇਰੇ ਯਤਨਾਂ ਕਰਕੇ ਨਹੀਂ, ਮੇਰੀ ਮਿਹਨਤ ਕਰਕੇ ਨਹੀਂ, ਤੇ ਮੇਰੇ ਮਾਲਕ ਦੀ ਖੁਸ਼ੀ ਹੋ ਗਈ ਹੈ। ਬਸ ਇਸ ਤਰ੍ਹਾਂ ਆਪਾਂ ਸਮਝਣਾ ਹੈ ਕਿ ਅਸੀਂ ਮਿਹਨਤ ਕਰਨੀ ਹੈ, ਕਿਰਪਾ ਮਾਲਕ ਕਰੇਗਾ ਤੇ ਸਾਡੇ ਹਿਰਦੇ ਵਿੱਚ ਆ ਵਸੇਗਾ। ਦਇਆ ਕਰੋ ਬਸੋ ਮਨ ਆਏ। ਇਹ 5 ਚੀਜ਼ਾਂ ਆਪਾਂ ਸਮਝਣੀਆਂ ਨੇ, ਆਪਣੇ ਅੰਦਰ ਝਾਤੀ ਮਾਰਨੀ ਹੈ। ਪਹਿਲੀ ਗੱਲ, ਨਾਮ ਸਿਮਰਨ ਦੇ ਆਹਰ ਵਿੱਚ ਲੱਗਣਾ। ਗੁਰੂ ਜੀ ਨੇ ਆਖਿਆ ਸੀ ਪ੍ਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ। ਪ੍ਰਵਿਰਤੀ ਕਰਮ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਆਖਿਆ ਸੀ ਨਾਮ ਸਿਮਰਨ ਦੇ ਆਹਰ ਵਿੱਚ ਲੱਗਣਾ। ਹੁਣ ਆਪਾਂ ਇਸ ਪਹਿਲੇ ਪੁਆਇੰਟ ਤੇ ਥੋੜਾ ਜਿਹਾ ਰੁਕ ਕੇ ਆਪਣੇ ਅੰਦਰ ਵੇਖੀਏ ਕਿ ਕੀ ਅਸੀਂ ਨਾਮ ਸਿਮਰਨ ਦੇ ਆਹਰ ਵਿੱਚ ਲੱਗੇ ਹਾਂ ਕਿ ਨਹੀਂ। ਜੇ ਲੱਗੇ ਹਾਂ ਤੇ ਬਹੁਤ ਚੰਗੀ ਗੱਲ ਹੈ, ਜੇ ਨਹੀਂ ਲੱਗੇ ਤੇ ਸਮਾਂ ਨਾ ਗਵਾਈਏ, ਲੱਗ ਜਾਈਏ। ਮੇਰਾ ਮਤਲਬ ਇਹ ਨਹੀਂ, ਲੱਗ ਜਾਈਏ। ਹੋਰ ਨਾ ਇੰਤਜ਼ਾਰ ਕਰੀਏ ਕਿ ਬੱਚੇ ਵੱਡੇ ਹੋ ਲੈਣਗੇ, ਘਰ ਬਣਾ ਲਵਾਂਗੇ, ਜੌਬ ਤੋਂ ਛੁਟਕਾਰਾ ਪਾ ਲਵਾਂਗੇ, ਫਿਰ ਕਰਾਂਗੇ। ਇਹ ਇਸ ਤਰ੍ਹਾਂ ਹੀ ਚੱਲਣਾ ਹੈ। ਇਹ ਮਰਦੇ ਦਮ ਤੱਕ ਕੋਈ ਨਹੀਂ ਵਿਹਲਾ ਹੋਇਆ। ਜੌਬ ਛੱਡਣ ਤੋਂ ਬਾਅਦ ਸਗੋਂ ਮੈਂ ਵੇਖਿਆ ਲੋਕੀ ਜ਼ਿਆਦਾ ਮੁਸੀਬਤ ਵਿੱਚ ਫਸ ਜਾਂਦੇ ਨੇ। ਛੋਟੇ ਛੋਟੇ ਬੱਚੇ ਨੇ ਪਰਿਵਾਰ ਦੇ, ਅੱਗੇ ਤੇ ਛੱਡ ਕੇ ਬਾਹਰ ਚਲਾ ਜਾਂਦਾ ਸੀ, ਹੁਣ 24 ਘੰਟੇ ਉਹ ਦੁਆਲੇ ਹੋਏ ਰਹਿੰਦੇ ਨੇ। ਫਿਰ ਅਸੀਂ ਨਹੀਂ ਜਪ ਪਾਵਾਂਗੇ। ਇਹਦੇ ਵਿੱਚ ਰਹਿੰਦਿਆਂ ਹੀ ਕਰੀ ਚੱਲੀਏ। ਇਹ ਸਭ ਕੁਝ ਦੇ ਨਾਲ ਨਾਲ ਹੀ ਉਸ ਨਾਮ ਸਿਮਰਨ ਦੇ ਆਹਰ ਵਿੱਚ ਲੱਗ ਜਾਈਏ। ਇਹ ਪਹਿਲੀ ਗੱਲ ਹੈ। ਦੂਜੀ ਗੱਲ ਹੈ ਬਾਣੀ। ਉੱਥੇ ਸੀ ਬਾਣੀ ਬ੍ਰਹਮ ਵੇਦ ਧਰਮ ਦਿਰੜੋ। ਇੱਥੇ ਕੀ ਹੈ ਸਾਡੇ ਕੋਲ? ਗੁਰੂ ਜੀ ਦੀ ਬਾਣੀ ਸਾਡੇ ਲਈ ਬ੍ਰਹਮਾ ਦਾ ਵੇਦ ਹੈ, ਬ੍ਰਹਮਾ ਦਾ ਗਿਆਨ ਹੈ। ਇਸ ਬਾਣੀ ਦੀ ਰਾਹੀਂ ਧਰਮ ਨੂੰ ਦ੍ਰਿੜ ਕਰਨਾ ਹੈ। ਧਰਮ ਕੀ ਹੈ? ਅੱਗੇ ਸਤਿਗੁਰੂ ਸਾਨੂੰ ਦੱਸਣਗੇ ਅਗਲੀ ਪੰਕਤੀ ਵਿੱਚ ਕਿ ਧਰਮ ਕੀ ਹੈ। ਇੱਥੇ ਅਸੀਂ ਇੰਨਾ ਸਮਝਦੇ ਹਾਂ ਕਿ ਜੋ ਸਾਡੇ ਇੱਕ ਇਨਸਾਨ ਹੋਣ ਦੇ ਨਾਤੇ ਫਰਜ਼ ਨੇ, ਉਹਨਾਂ ਨੂੰ ਅਸੀਂ ਧਰਮ ਆਖਦੇ ਹਾਂ। ਮਾੜੇ ਕੰਮਾਂ ਦਾ ਤਿਆਗ ਕਰਨਾ ਇਹ ਦੂਸਰਾ ਨੰਬਰ ਹੈ। ਇਹਦੇ ਤੇ ਆਪਾਂ ਆਪ ਵੇਖਣਾ ਕਿ ਕੀ ਅਸੀਂ ਮਾੜੇ ਕੰਮਾਂ ਦਾ ਤਿਆਗ ਕੀਤਾ ਹੋਇਆ ਹੈ ਕਿ ਨਹੀਂ। ਮੈਂ ਤੇ ਨਹੀਂ ਨਾ ਕਹਿ ਸਕਦਾ ਕਿ ਆਪਾਂ ਮਾੜੇ ਕੰਮ ਪਏ ਕਰਦੇ ਹਾਂ ਕਿਤੇ, ਬਿਲਕੁਲ ਨਹੀਂ ਮੈਂ ਕਹਿੰਦਾ।
ਪਰ ਅਸੀਂ ਆਪ ਤੇ ਆਪਣੇ ਅੰਦਰ ਵੇਖ ਹੀ ਸਕਦੇ ਹਾਂ ਨਾ। ਮੈਂ ਆਪਣੇ ਅੰਦਰ ਵੇਖਾਂ, ਤੁਸੀਂ ਆਪਣੇ ਅੰਦਰ ਵੇਖੋ। ਜੇ ਕਰਦੇ ਹੋ ਤੇ ਬਈ ਉਹਨਾਂ ਨੂੰ ਛੱਡੋ। ਤੇ ਮਾੜੇ ਕਰਮ ਇੱਥੇ ਕੋਈ ਅਸੀਂ ਗਊ ਹੱਤਿਆ ਤੇ ਨਹੀਂ ਨਾ ਕਰਨ ਤੁਰੇ ਜਾਂਦੇ। ਉੱਤੇ ਦੱਸਿਆ ਸੀ ਨਾ 4 ਪ੍ਰਕਾਰ ਦੇ ਪਾਪ ਨੇ, ਜਿਨ੍ਹਾਂ 'ਚ ਇੱਕ ਗਊ ਹੱਤਿਆ ਦੱਸੀ ਵੈਦਿਕ ਧਰਮ ਮੁਤਾਬਕ। ਅਸੀਂ ਉਹ ਕਰਨ ਨਹੀਂ ਜਾ ਰਹੇ, ਪਰ ਛੋਟੀਆਂ ਗੱਲਾਂ ਬਹੁਤ ਨੇ ਜਿਹੜੀਆਂ ਅਸੀਂ ਮਨ ਕਰਕੇ, ਬਚਨਾ ਕਰਕੇ ਤੇ ਕਰਮਾਂ ਕਰਕੇ, ਸਹਿ ਸੁਭਾਏ ਕਰਕੇ ਅੱਗੇ ਲੰਘ ਜਾਣੋ। ਕੋਈ ਨਹੀਂ, ਇੰਨੇ ਦੀ ਕੋਈ ਨਹੀਂ ਗੱਲ। ਇਸ ਤਰ੍ਹਾਂ ਦਾ ਸਾਡਾ ਸੁਭਾਅ ਬਣਿਆ ਹੋਇਆ ਹੈ। ਉਹ ਚੱਲ ਪੀਲਾ ਇੱਕ ਘੁੱਟ, ਇਹਦੇ ਨਾਲ ਕੀ ਹੁੰਦਾ ਹੈ, ਉਹ ਸਿੱਖੀ ਕਿਤੇ ਨਹੀਂ ਚੱਲੀ। ਇੱਕ ਘੁੱਟ ਜ਼ਹਿਰ ਦਾ, ਇੱਕ ਬੂੰਦ ਹੀ ਕਾਫੀ ਹੁੰਦੀ ਏ। ਉਹ ਜ਼ਰੂਰੀ ਨਹੀਂ ਬੋਤਲ ਭਰ ਕੇ ਜ਼ਹਿਰ ਦੀ ਤੁਸੀਂ ਪੀਓਗੇ ਤਾਂ ਹੀ ਮਰੋਗੇ। ਉਹ ਥੋੜਾ ਜਿਹਾ ਹੀ ਕੰਮ ਕਰ ਜਾਂਦਾ। ਨਾਲੇ ਸਿੱਖੀ ਦਾ ਸਿਧਾਂਤ ਏ, ਤੁਸੀਂ ਸਿਧਾਂਤ ਤੋੜਿਆ ਕਿ ਤੁਸੀਂ ਟੁੱਟੇ। ਗੱਲ ਇੰਨੀ ਕੀ ਹੈ, ਸਿਧਾਂਤ ਨਹੀਂ ਤੋੜਨਾ। ਇਸ ਨੂੰ ਪਾਪ ਆਖਦੇ ਨੇ। ਕੀ ਅਸੀਂ ਇਹਨਾਂ ਕਰਮਾਂ ਤੋਂ ਬਚੇ ਹਾਂ ਕਿ ਨਹੀਂ ਬਚੇ? ਜੇ ਬਚੇ ਹਾਂ ਤੇ ਫਿਰ ਅਗਲਾ ਕਦਮ ਹੈ ਧਰਮ ਦ੍ਰਿੜ ਕਰਨਾ। ਕੀ ਹੈ? ਨਾਮ ਧਿਆਉਣਾ। ਜੇ ਮਾੜੇ ਕੰਮਾਂ ਤੋਂ ਬਚ ਗਏ ਹਾਂ ਤੇ ਹੁਣ ਇੰਤਜ਼ਾਰ ਨਾ ਕਰੀਏ, ਪਰਮੇਸ਼ਵਰ ਦੇ ਨਾਮ ਸਿਮਰਨ ਦਾ ਆਰਾਧਨ ਸ਼ੁਰੂ ਕਰ ਦਈਏ। ਤੇ ਆਪਾਂ ਗੁਰਬਾਣੀ ਵਿੱਚੋਂ ਬਹੁਤ ਵਾਰੀ ਇਹ ਗੱਲਾਂ ਸਮਝੀਆਂ ਨੇ ਕਿ ਨਾਮ ਕਿਵੇਂ ਜਪਣਾ ਹੈ। ਤੇ ਮੈਂ ਤੁਹਾਨੂੰ ਇੱਕ ਸਲਾਹ ਦਿਆਂਗਾ। ਮੇਰੀ ਆਪਣੀ ਕੋਈ ਸਲਾਹ ਨਹੀਂ ਹੈ, ਕੋਲੋਂ ਗੁਰਬਾਣੀ ਰਾਹੀਂ ਹੈ। ਤੇ ਇੱਕ ਸਤਿਕਾਰਯੋਗ ਮਹਾਨ ਹਸਤੀ ਹੋਏ ਨੇ ਰਘੁਬੀਰ ਸਿੰਘ ਬੀਰ, ਉਹਨਾਂ ਦੀ ਇੱਕ ਛੋਟੀ ਜਿਹੀ ਕਿਤਾਬ ਹੈ ਸਿਮਰਨ ਮਹਿਮਾ। ਤੁਸੀਂ ਉਸ ਨੂੰ ਪੜ੍ਹ ਲਓ। ਇੱਕ ਬੰਦਗੀਨਾਮਾ ਮੈਂ ਤੁਹਾਨੂੰ ਦੱਸੀ ਸੀ, ਉਹ ਥੋੜੀ ਉੱਚੀਆਂ ਅਵਸਥਾਵਾਂ ਦਾ ਬਿਆਨ ਕਰਦੀ ਏ। ਤੇ ਜਿਹੜੀ ਸਿਮਰਨ ਮਹਿਮਾ ਏ, ਇਹ ਜਿਨ੍ਹਾਂ ਨੇ ਸ਼ੁਰੂ ਕਰਨਾ ਹੈ ਉਹਨਾਂ ਵਾਸਤੇ ਬੜੀ ਹੀ ਚੰਗੀ ਕਿਤਾਬ ਏ। ਉਹ ਤੁਸੀਂ ਜ਼ਰੂਰ ਪੜ੍ਹੋ। ਉਹਦੇ ਵਿੱਚ ਉੱਠਣ ਤੋਂ ਲੈ ਕੇ ਕਿਵੇਂ ਬੈਠਣਾ ਹੈ, ਕਿਵੇਂ ਇਸ਼ਨਾਨ ਪਾਣੀ ਕਰਨਾ ਹੈ, ਕਿੱਥੇ ਬਹਿਣਾ ਹੈ, ਕਿਵੇਂ ਜਪ ਸ਼ੁਰੂ ਕਰਨਾ ਹੈ, ਅਰਦਾਸ ਕਰਨੀ ਹੈ, ਹਰ ਚੀਜ਼ ਉਹਦੇ 'ਚ ਲਿਖੀ ਹੋਈ ਹੈ ਔਰ ਗੁਰਮਤ ਦੇ ਅਨੁਸਾਰ ਹੈ। ਮੈਂ ਤਾਂ ਉਹ ਕਿਤਾਬ ਤੁਹਾਨੂੰ ਆਖੀ ਹੈ ਕਿ ਉਸ ਨੂੰ ਤੁਸੀਂ ਜ਼ਰੂਰ ਪੜ੍ਹੋ। ਸੋ ਨਾਮ ਧਿਆਉਣਾ ਤੁਸੀਂ ਉਸ ਕਿਤਾਬ 'ਚੋਂ ਪੜ੍ਹ ਲੈਣਾ। ਨੰਬਰ 4 ਹੈ ਪੂਰੇ ਗੁਰੂ ਦੀ ਸਿੱਖਿਆ ਤੇ ਚੱਲਣਾ। ਪੂਰੇ ਗੁਰੂ ਦੀ ਸਿੱਖਿਆ ਕੀ ਹੈ? ਸਾਨੂੰ ਆ 2-3 ਹੀ ਤੇ ਗੱਲਾਂ ਦੱਸ ਰਹੇ ਨੇ ਗੁਰੂ ਜੀ। ਬਾਰ-ਬਾਰ ਗੁਰਬਾਣੀ 'ਚ ਉਹੋ ਹੀ ਆ ਰਹੀਆਂ ਨੇ ਕਿ ਨਾਮ ਜਪੋ, ਨਾਮ ਜਪੋ, ਨਾਮ ਜਪੋ, ਸ਼ਬਦ ਦੇ ਲੜ ਲੱਗੋ, ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜੀਵੋ, ਆਹ ਮਾੜੇ ਕੰਮ ਨੇ ਛੱਡ ਦਿਓ, ਆਹ ਚੰਗੇ ਨੇ ਅਪਣਾ ਲਓ ਤੇ ਨਾਮ ਜਪੋ, ਨਾਮ ਜਪੋ। ਆਹੋ ਹੀ ਗੱਲ ਬਾਰ-ਬਾਰ ਆਖੀ ਜਾ ਰਹੀ ਹੈ। ਜੇ ਆਪਾਂ ਗੁਰੂ ਦੇ ਆਖੇ ਲੱਗਦੇ ਹਾਂ ਤੇ ਭਲਾ, ਨਹੀਂ ਤੇ ਲੱਗਣਾ ਸ਼ੁਰੂ ਕਰੀਏ। ਨੰਬਰ 5 ਮਨ ਵਿੱਚ ਹਰੀ ਨਾਮ ਦਾ ਮਿੱਠਾ ਲੱਗਣਾ। ਆਪਾਂ ਪਿੱਛੇ ਜੇ ਇੱਕ ਦਿਨ ਬਚਨ ਕਰਦੇ ਸਾਂ ਕਿ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਕੁਝ ਸਿੱਖਾਂ ਨੇ ਆ ਕੇ ਸਵਾਲ ਕੀਤਾ ਸੀ ਕਿ ਮਨ ਟਿਕ ਜਾਣ ਦੀ ਨਿਸ਼ਾਨੀ ਕੀ ਹੈ? ਕਦੋਂ ਅਸੀਂ ਮੰਨ ਲਈਏ, ਕਦੋਂ ਇਹ ਗੱਲ ਸਮਝ ਲਈਏ ਕਿ ਸਾਡਾ ਮਨ ਟਿਕ ਗਿਆ ਹੈ? ਤੇ ਗੁਰੂ ਸਾਹਿਬ ਨੇ ਆਖਿਆ ਸੀ ਮਨ ਜਾਗੇ ਕਿ ਇਹ ਨਿਸ਼ਾਨੀ ਪ੍ਰਿਆ ਲਾਗੇ ਔਰ ਸਤਿਗੁਰੂ ਬਾਣੀ। ਸਤਿਗੁਰੂ ਦੀ ਬਾਣੀ ਮਿੱਠੀ ਲੱਗਣ ਲੱਗ ਪਵੇ, ਸਮਝੋ ਮਨ ਜਾਗ ਪਿਆ, ਮਨ ਸੁਚੇਤ ਹੋ ਗਿਆ, ਮਨ ਟਿਕ ਗਿਆ, ਮਨ ਹੁਣ ਭਟਕਣਾ ਵਿੱਚ ਨਹੀਂ ਹੈ। ਸੋ ਇੱਥੇ ਸਤਿਗੁਰੂ ਆਖਦੇ ਨੇ ਮਨ ਹਰ ਹਰ ਮੀਠਾ ਲਾਇਆ। ਗੁਰੂ ਨੇ ਮਨ ਵਿੱਚ ਪਰਮੇਸ਼ਵਰ ਦਾ ਨਾਮ ਮਿੱਠਾ ਕਰਕੇ ਲਾ ਦਿੱਤਾ, ਭਾਵ ਸਾਨੂੰ ਆਦੀ ਬਣਾ ਦਿੱਤਾ, ਸਾਡੇ ਸੁਭਾਅ ਵਿੱਚ ਉਹ ਗੱਲ ਪੱਕੀ ਕਰਾ ਦਿੱਤੀ ਤੇ ਹੁਣ ਮਿੱਠਾ ਛੱਡਣ ਨੂੰ ਚਿੱਤ ਨਹੀਂ ਕਰਦਾ। ਇਸੇ ਲਈ ਬਾਰ-ਬਾਰ ਗੁਰਬਾਣੀ ਵਿੱਚ ਇਸ ਨਾਮ ਨੂੰ ਅੰਮ੍ਰਿਤ ਆਖਿਆ ਜਾਂਦਾ ਹੈ। ਇੰਨਾ ਮਿੱਠਾ ਹੈ, ਮਿੱਠੀ ਧਾਰ ਗੁਰਬਾਣੀ ਅੰਮ੍ਰਿਤ ਵਰਗੀ ਮਿੱਠੀ ਧਾਰਾ ਹੈ। ਸੋ ਇਹ ਬਚਨ ਸਤਿਗੁਰਾਂ ਨੇ ਸਾਨੂੰ ਸਮਝਾ ਦਿੱਤੇ। ਇਸ ਪਹਿਲੀ ਹੀ ਅਵਸਥਾ ਵਿੱਚ ਜਿਨ੍ਹਾਂ ਉੱਤੇ ਆ 5 ਪੁਆਇੰਟ ਘਟਦੇ ਹੋਣ, ਉਹ ਸਮਝ ਲੈਣਾ ਕਿ ਅਸੀਂ ਅਧਿਆਤਮਿਕ ਮਾਰਗ ਦੇ ਪਹਿਲੇ ਕਦਮ ਤੇ ਖੜੇ ਹਾਂ ਜਾਂ ਅਸੀਂ ਪਹਿਲਾ ਸਟੈਪ ਲੈ ਲਿਆ। ਜਿਨ੍ਹਾਂ ਤੇ ਨਾ ਘਟਦੀਆਂ ਹੁਣ ਕਿਰਪਾ ਕਰਕੇ ਨੋਟ ਕਰ ਲਓ, ਇਹਦੀ ਫੋਟੋ ਖਿੱਚ ਲਓ, ਮੈਨੂੰ ਆਖਣਾ ਮੈਂ ਤੁਹਾਨੂੰ ਭੇਜ ਦਿਆਂਗਾ। ਇਹ ਚੌਥੇ ਪਾਤਸ਼ਾਹ ਦੇ ਬਚਨ ਨੇ, ਮੇਰੇ ਨਹੀਂ ਹਨ। ਤੇ ਇਹਨਾਂ ਨੂੰ ਅਸੀਂ ਮਨ ਤੇ ਘਟਾਉਣਾ ਸ਼ੁਰੂ ਕਰੀਏ, ਆਪਣੇ ਜੀਵਨ ਵਿੱਚ ਅਪਣਾਉਣਾ ਸ਼ੁਰੂ ਕਰੀਏ।
जिस दिन किसी मनुख ते 5 चीज़ां घट जान ते वो समझ लवे कि ये अकाल पुरख वाहिगुरू जी दे नाल मेरी जीव रूप इस्त्री दे विआह दी पहली सोहनी लाम है। ये मैं पहला गेड़ा कट लिया। जे 5 चीज़ां घट गईयां ने, जे नहीं घटियां ते जे साडा गेड़ा पूरा नहीं होया, किते ना किते असीं रस्ते 'च ही अटके होए आ। अगे वधांगे तां ही गेड़ा पूरा होना है। ये पहली लाम पूरी आपां करिए ते फिर अगे आपां दूजी लाम विच प्रवेश करना है। ते दूजी लाम विच प्रवेश आपां अगले हफ्ते अगले ऐतवार नूं कोशिश करांगे कि कर पाइए। सतगुरु साडे सबनां दे सिरां ते मेहर भरिया हत्थ रखन। वो सूरजवत साडे हिरदे रूप आकाश विच आ जाण ते असीं अपने हिरदे दा दरवाजा खोल लईए ते उन्हां नूं अंदर आउण विच आसानी हो सके। इन्ने क बचन अज तुसीं प्रवान करना जी। बेअंत प्रकार दीआं होईआं भुल्लां दी खिमा प्यार नाल आखो जी। वाहिगुरू जी का खालसा वाहिगुरू जी की फतेह।